ਨਿਕੰਦਨਾ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ੍ਰੀ ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਾਮੋ ਕਰ ਜੋਰੀ, ਨਾਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਬੰਦੋਂ ਬਾਰ ਬਾਰ ਜਗਦੀਸਾ। ਸਤਿਗੁਰ ਮਹਿਲ ਸੁੰਦਰੀ ਮਾਤ, ਅਰ ਸਾਹਿਬ ਦੇਵੀ ਚਿਤ ਸ਼ਾਂਤ। ਨਮੋ ਕਰੀ ਗੁਰ ਕੋ ਕਰ ਜੋਰੇ, ਦੋਨੋਂ ਤਬ ਆਰੂੜ ਕਰ ਡੋਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ, ਪਤਿਤ ਪਾਵਨ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜੀਵਨ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ। ਬਹੁਤ ਸਾਰਿਆਂ ਸਿੱਖਾਂ ਦੀ ਵਿਚਾਰ ਸੁਣ ਕੇ ਮਹਾਰਾਜ ਸਾਹਿਬ ਜੀ ਅਤੇ ਇਸੇ ਤਰ੍ਹਾਂ ਮਾਤਾ ਗੁਜਰੀ ਜੀਆਂ ਦੇ ਕਹਿਣ ਕਰਕੇ ਮਹਾਰਾਜ ਸਾਹਿਬ ਕਿਲ੍ਹਾ ਛੱਡਣ ਵਾਸਤੇ ਤਿਆਰ ਹੋਏ। ਕਿਲ੍ਹੇ ਦੇ ਅੰਦਰ ਜਿੰਨਾ ਸਮਾਨ ਹੈ, ਜਿੰਨੀ ਮਾਇਆ ਹੈ, ਜਿੰਨਾ ਕੱਪੜਾ ਹੈ, ਕੁਝ ਸਾੜ ਦਿੱਤਾ, ਕੁਝ ਪਾਣੀ ਵਿੱਚ ਰੋੜ ਦਿੱਤਾ। ਮਹਾਰਾਜ ਸਾਹਿਬ ਜੀ ਨੇ ਆਖਿਆ ਚਲੋ ਭਾਈ ਤਿਆਰ ਹੋ ਜਾਓ, ਕਿਲ੍ਹੇ ਦੇ ਦਰਵਾਜ਼ੇ ਖੁੱਲ੍ਹ ਗਏ ਨੇ ਤੇ ਪਰਿਵਾਰ ਚੱਲਣ ਵਾਸਤੇ ਤਿਆਰ ਹੈ। ਸਤਿਗੁਰੂ ਪਾਤਸ਼ਾਹ ਨੇ ਪਹਿਲਾਂ ਵਹੀਰ ਤੋਰਿਆ ਹੈ। ਮਾਤਾ ਸਾਹਿਬ ਮਾਤਾ ਗੁਜਰੀ ਜੀ ਰੱਥ ਦੇ ਉੱਪਰ ਸਵਾਰ ਹੋਏ, ਨਾਲ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰੀ ਜੀ ਆਪਣੀ ਦਾਦੀ ਮਾਂ ਦੇ ਨਾਲ ਨੇ। ਇਸੇ ਤਰ੍ਹਾਂ ਜਿਹੜੇ ਜੰਗ ਨਹੀਂ ਕਰ ਸਕਦੇ ਫੱਟੜ ਕੁਝ ਸਿੰਘ ਮਹਾਰਾਜ ਦੇ, ਉਹ ਵੀ ਨਾਲ ਆਪਣੀਆਂ ਆਪਣੀਆਂ ਸਵਾਰੀਆਂ 'ਤੇ ਚੜ੍ਹੇ। ਜਾਂ ਜਿਹੜੇ ਬਜ਼ੁਰਗ ਨੇ ਜਾਂ ਜਿਨ੍ਹਾਂ ਨੂੰ ਜੰਗ ਨਹੀਂ ਕਰਨਾ ਆਉਂਦਾ, ਇਹ ਸਾਰਾ ਵਹੀਰ ਇਕੱਠਾ ਕਰਕੇ ਮਹਾਰਾਜ ਜੀ ਨੇ ਤੋਰਿਆ ਹੈ। ਇਹ ਪ੍ਰਸੰਗ ਇਤਿਹਾਸ ਪਿੱਛੇ ਸਰਵਣ ਕਰਿਆ ਹੈ। ਬਾਕੀ ਪਰਿਵਾਰ ਜਿਵੇਂ ਚੱਲਣ ਲੱਗਾ ਔਰ ਪਾਤਸ਼ਾਹ ਆਪ ਕਿਲ੍ਹਾ ਛੱਡਣਗੇ, ਉਹ ਅੱਜ ਬਚਨ ਸਰਵਣ ਕਰੀਏ, ਮਿਲ ਕੇ ਆਖੀਏ ਸਤਿਨਾਮ ਗੁਰੂ ਸਾਹਿਬ ਜੀ। ਸਤਿਗੁਰ ਮਹਿਲ ਸੁੰਦਰੀ ਮਾਤ, ਸਤਿਗੁਰੂ ਪਾਤਸ਼ਾਹ ਜੀਆਂ ਦੇ ਮਹਿਲ ਆਪਾਂ ਕਹਿ ਲਈਏ ਧਰਮ ਸਪਤਨੀ ਮਾਤਾ ਸਾਹਿਬ ਮਾਤਾ ਸੁੰਦਰੀ ਜੀ, ਇਹਨਾਂ ਨੂੰ ਵੀ ਮਹਾਰਾਜ ਜੀ ਦਾ ਹੁਕਮ ਹੋਇਆ ਕਿ ਚਲੋ
ਜਦੋਂ ਕਿਲਾ ਛੱਡ ਕੇ ਜਾਣਾ ਹੈ ਤੇ ਤੁਸੀਂ ਵੀ ਚੱਲਣ ਦੀ ਤਿਆਰੀ ਕਰੋ। ਹਰ ਸਾਹਿਬ ਦੇਵੀ ਚਿਤ ਸ਼ਾਂਤ। ਇਸੇ ਤਰ੍ਹਾਂ ਖਾਲਸੇ ਦੇ ਮਾਤਾ ਸਤਿਕਾਰਯੋਗ ਮਾਤਾ ਸਾਹਿਬ ਕੌਰ ਜੀ ਇਹ ਵੀ ਤਿਆਰ ਹੋਏ, ਜਿਨ੍ਹਾਂ ਦੇ ਮਨ ਵਿੱਚ ਬੜੀ ਸ਼ਾਂਤੀ ਹੈ, ਸ਼ਾਂਤ ਸੁਭਾਅ ਵਾਲੇ ਮਾਤਾ ਜੀ। ਸੋ ਇਹ ਵੀ ਚੱਲਣ ਵਾਸਤੇ ਤਿਆਰ ਹੋਏ ਹਨ। ਨਮੋ ਕਰੀ ਗੁਰ ਕਉ ਕਰ ਜੋਰੇ। ਉਸ ਵੇਲੇ ਦੋਨਾਂ ਮਾਤਾਵਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਹੈ। ਆਗਿਆ ਮੰਨ ਕੇ ਬਚਨ ਮੰਨਦਿਆਂ ਹੋਇਆਂ ਦੋਨੇ ਮਾਤਾਵਾਂ ਮਾਤਾ ਸੁੰਦਰੀ ਜੀ ਮਾਤਾ ਸਾਹਿਬ ਕੌਰ ਜੀ ਚੱਲਣ ਵਾਸਤੇ ਤਿਆਰ ਹੋਏ ਹਨ। ਦੋਨੋਂ ਤਬ ਅਰੂੜ ਕਰ ਡੋਰੇ। ਇਹਨਾਂ ਨੂੰ ਸੁੰਦਰ ਪਾਲਕੀਆਂ ਦੇ ਵਿੱਚ ਉਸ ਵੇਲੇ ਬੈਠਣ ਵਾਸਤੇ ਮਹਾਰਾਜ ਦਾ ਹੁਕਮ ਹੋਇਆ। ਸੋਹਣੀਆਂ ਪਾਲਕੀਆਂ ਜਿਹੜੀਆਂ ਸਜਾਈਆਂ ਗਈਆਂ ਔਰ ਉਹਨਾਂ ਪਾਲਕੀਆਂ ਦੇ ਵਿੱਚ ਮਾਤਾ ਸਾਹਿਬ ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਕੌਰ ਜੀ ਬਿਰਾਜਮਾਨ ਹੋਏ। ਬੇਨਤੀ ਹੈ ਪਰਿਵਾਰ ਨੂੰ, ਭਾਈ ਬੱਚੇ ਤੇ ਭਾਵੇਂ ਨਿਆਣੇ ਨੇ ਬੇਸਮਝ ਨੇ, ਪਰ ਮਾਂ-ਬਾਪ ਤੇ ਸਮਝਦਾਰ ਹੈ ਨਾਲ ਜਿਹੜਾ ਆਇਆ ਹੈ। ਦਰਬਾਰ ਦੇ ਵਿੱਚ ਕਿਰਪਾ ਕਰਕੇ ਚੁੱਪ ਦਾ ਦਾਨ ਆਪ ਬਖਸ਼ਿਸ਼ ਕਰੋ। ਤੇ 10ਵੇਂ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਆਪਾਂ ਸਰਵਨ ਕਰ ਰਹੇ ਹਾਂ। ਆਏ ਸਪਾਏ ਨਿਕਸ ਕਰ ਚਾਲੀ। ਉਸ ਵੇਲੇ ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਕੌਰ ਜੀ ਦੋਨੇ ਜਾਣੀਆਂ ਪਾਲਕੀ ਦੇ ਵਿੱਚ ਸਵਾਰ ਹੋ ਕੇ ਉਸ ਵੇਲੇ ਚੱਲੀਆਂ ਹਨ। ਸ਼ਿਆਮ ਜਾਮਨੀ ਬਹੁਤਮ ਵਾਲੀ। ਗੁਰਮੁਖੋ ਅੱਜ ਜਿਹੜੀ ਰਾਤ ਹੈ ਨਾ, ਜਿਸ ਰਾਤ ਨੂੰ ਮਹਾਰਾਜ ਸਾਹਿਬ ਜੀ ਇਹ ਅਨੰਦਪੁਰ ਸਾਹਿਬ ਨੂੰ ਛੱਡਦੇ ਪਏ, ਬੜੀ ਕਾਲੀ ਬੋਲੀ ਰਾਤ ਹੈ। ਆਕਾਸ਼ ਦੇ ਵਿੱਚ ਕਾਲੇ ਬੱਦਲ ਸੰਘਣੇ ਛਾਏ ਹੋਏ, ਨਿੱਕਾ ਨਿੱਕਾ ਕਦੇ ਮੀਂਹ ਪੈਣ ਲੱਗ ਪੈਂਦਾ ਹੈ ਤੇ ਬੜੀ ਕਾਲੀ ਘਟਾ ਔਰ ਕਾਲੀ ਰਾਤ ਹੈ, ਜਿਸ ਵੇਲੇ ਮਹਾਰਾਜ ਸਾਹਿਬ ਜੀ ਦੇ ਪਰਿਵਾਰ ਨੇ ਇਸ ਆਪਣੇ ਘਰ ਨੂੰ ਛੱਡਿਆ ਹੈ। ਅਪਰ ਜੇ ਨਰ ਨਹਿ ਲਰਨੇ ਹਾਰੇ। ਹੋਰ ਵੀ ਗੁਰਮੁਖੋ ਜਿਹੜੇ ਜੰਗ ਨਹੀਂ ਕਰ ਸਕਦੇ ਸਨ, ਜਿਵੇਂ ਕੁਝ ਸੂਰਮੇ ਇੰਨੇ ਜ਼ਿਆਦਾ ਫਟੜ ਸਨ ਵੀ ਉਹਨਾਂ ਦੇ ਜ਼ਖਮ ਠੀਕ ਨਾ ਹੋਏ, ਲੜ ਨਹੀਂ ਸਕਦੇ, ਜਾਂ ਕੁਝ ਬਜ਼ੁਰਗ ਸਨ ਜਿਹੜੇ ਲੜਨ ਵਾਸਤੇ ਉਹਨਾਂ ਕੋਲ ਬਲ ਜ਼ੋਰ ਤਾਕਤ ਨਹੀਂ ਹੈ, ਜਾਂ ਕੁਝ ਸੇਵਾਦਾਰ ਐਸੇ ਸਨ ਜਿਨ੍ਹਾਂ ਨੂੰ ਹੋ ਸਕਦਾ ਵੀ ਜੰਗ ਨਾ ਕਰਨਾ ਆਉਂਦਾ ਹੋਵੇ। ਇਹ ਵੀ ਸਾਰੇ ਮਹਾਰਾਜ ਨੇ ਆਪਣੇ ਪਰਿਵਾਰ ਦੇ ਨਾਲ ਤੋਰੇ ਹਨ। ਸੋ ਮਿਲ ਮਿਲ ਕਰ ਵਹਿਰ ਪਧਾਰੇ। ਸਾਰਿਆਂ ਨੂੰ ਹੁਕਮ ਹੋਇਆ, ਚਲੋ ਭਾਈ ਵਾਰੀ ਵਾਰੀ ਇੱਕ ਦੂਜੇ ਦੇ ਮਗਰ ਤੁਰੇ ਚੱਲੋ। ਤੇ ਨਾਲ ਕੁਝ ਮਹਾਰਾਜ ਨੇ ਆਪਣੇ ਸੂਰਮੇ ਜਿਹੜੇ ਜੰਗ ਕਰਨਾ ਜਾਣਦੇ, ਉਹਨਾਂ ਨੂੰ ਸੱਜੇ ਖੱਬੇ ਅੱਗੇ ਪਿੱਛੇ ਪੂਰਾ ਘੇਰਾ ਬਣਾ ਕੇ ਵਿਉਂਤਬੰਦੀ ਦੇ ਨਾਲ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਤੋਰਿਆ ਹੈ। ਗਇਓ ਬਹੀਰ ਉਲੰਘ ਕਈ ਕੋਸ। ਇਸ ਤਰ੍ਹਾਂ ਇਹ ਵਹੀਰ ਅਨੰਦਪੁਰ ਸਾਹਿਬ ਦੇ ਕਿਲੇ ਚੋਂ ਬਾਹਰ ਨਿਕਲਿਆ ਤੇ ਕਈ ਕੂਹਾਂ ਤੱਕ ਚਲੇ ਗਿਆ। ਅੱਗੇ ਦੁਸ਼ਮਣ ਨੂੰ ਨਹੀਂ ਪਤਾ ਲੱਗਾ ਹੈ ਕਿ ਕਿਲੇ ਵਿੱਚੋਂ ਪਰਿਵਾਰ ਨਿਕਲ ਚੁੱਕਿਆ ਹੈ ਜਾਂ ਵਹੀਰ ਨਿਕਲ ਚੁੱਕਿਆ ਹੈ। ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਵਾਲੀ ਸਾਈਡ ਨੂੰ ਕਈ ਕੋਹ ਤੱਕ ਪਰਿਵਾਰ ਜਿਹੜਾ ਹੈ ਵਹੀਰ ਲੈ ਕੇ ਅੱਗੇ ਵੱਧਦਾ ਜਾਂਦਾ ਹੈ। ਬੈਠੇ ਸਤਿਗੁਰ ਦੁਰਗ ਸਰੋਸ। ਪਰ ਆਪ ਮਹਾਰਾਜ ਨੇ ਅਜੇ ਕਿਲਾ ਨਹੀਂ ਛੱਡਿਆ ਹੈ। ਸਤਿਗੁਰੂ ਆਪ ਅਜੇ ਕਿਲੇ ਵਿੱਚ ਬੈਠੇ ਹੋਏ ਮਹਾਰਾਜ ਵੇਖਦੇ ਪਏ, ਸਾਰੀ ਨਿਗਰਾਨੀ ਰੱਖਦੇ ਪਏ ਕਿ ਜੇ ਮਗਰੋਂ ਹਮਲਾ ਕਰਨਗੇ ਤੇ ਫਿਰ ਕਿਲੇ ਵਿੱਚੋਂ ਜਾ ਕੇ ਦੁਸ਼ਮਣ ਦੇ ਉੱਪਰ ਹਮਲਾ ਕਰਾਂਗੇ ਔਰ ਪਰਿਵਾਰ ਨੂੰ ਸੁਰੱਖਿਅਤ ਕਰਾਂਗੇ। ਆਪ ਮਹਾਰਾਜ ਅਜੇ ਕਿਲੇ ਦੇ ਵਿੱਚ ਉੱਚੀ ਥਾਂ ਤੇ ਬੈਠੇ ਸਭ ਕੁਝ ਵੇਖਦੇ ਪਏ ਹਨ। ਸਨੇ ਸਨੇ ਸਭ ਕਰ ਕਰ ਤਿਆਰ। ਸਤਿਗੁਰੂ ਪਾਤਸ਼ਾਹ ਵੇਖਦੇ ਪਏ, ਜਿਨ੍ਹਾਂ ਜਿਨ੍ਹਾਂ ਨੂੰ ਹੁਕਮ ਹੋਇਆ ਹੈ ਉਹ ਸਾਰੇ ਤਿਆਰ ਹੋ ਕੇ ਮਾਤਾਵਾਂ ਵੀ ਚੱਲ ਪਈਆਂ। ਸਤਿਗੁਰਾਂ ਦੇ ਮਾਤਾ ਜੀ ਮਾਤਾ ਗੁਜਰੀ ਜੀ ਸਾਹਿਬਜ਼ਾਦਿਆਂ ਨਾਲ ਚੱਲ ਪਏ। ਜਿਹੜੇ ਜੰਗ ਨਹੀਂ ਕਰ ਸਕਦੇ ਬਜ਼ੁਰਗ ਜਾਂ ਫਟੜ ਹੋਏ ਸੂਰਮੇ ਉਹ ਵੀ ਚੱਲ ਪਏ। ਉਹਨਾਂ ਦੀ ਰੱਖਿਆ ਕਰਨ ਵਾਲੇ ਵੀ ਨਾਲ ਸੂਰਮੇ ਹੌਲੀ ਹੌਲੀ ਵਾਰੀ ਵਾਰੀ ਕੇਵਲ ਕਿਲੇ ਦੇ ਵਿੱਚੋਂ ਬਾਹਰ ਨਿਕਲ ਕੇ ਤੁਰੇ ਜਾਂਦੇ ਹਨ। ਚਲੇ ਲੋਕ ਸਭ ਪੰਥ ਮਝਾਰ। ਸਾਰੇ ਮਹਾਰਾਜ ਵੇਖਦੇ ਪਏ ਵੀ ਕੀਰਤਪੁਰ ਸਾਹਿਬ ਨੂੰ ਜਿਹੜਾ ਰਸਤਾ ਆਉਂਦਾ ਹੈ ਨਾ, ਇਸ ਰਸਤੇ ਨੂੰ ਸਾਰਾ ਪਰਿਵਾਰ ਹੌਲੀ ਹੌਲੀ ਦਰਿਆ ਦੇ ਕਿਨਾਰੇ ਕਿਨਾਰੇ ਤੁਰਿਆ ਆਉਂਦਾ ਹੈ। ਸਾਵਧਾਨ ਜੋ ਸ਼ਾਸਤਰ ਸਮੇਤ। ਮਹਾਰਾਜ ਜੀਆਂ ਦੇ ਕੁਝ ਸੂਰਮੇ ਜਿਹੜੇ ਬਹੁਤਾ ਜੰਗ ਕਰਨਾ ਜਾਣਦੇ, ਬੜੇ ਭਾਰੀ ਸੂਰਮੇ, ਬਹੁਤੀ ਜੰਗ ਕਰਨੀ ਜਿਹੜੇ ਜਾਣਦੇ ਮਹਾਰਾਜ ਦੇ ਸੂਰਮੇ ਹਨ। ਰੱਖੇ ਸਿੰਘ ਢਿਗ ਲਰਬੇ ਹੇਤ। ਉਹ ਮਹਾਰਾਜ ਨੇ ਕੋਲ ਰੱਖ ਲੈ। ਕੁਝ ਸੂਰਮੇ ਆਪਣੇ ਨਾਲ ਵੀ ਰੱਖੇ। ਸਾਰਾ ਵਹੀਰ ਤੋਰਿਆ ਹੈ ਪਰ ਸਾਰੇ ਸੂਰਮੇ ਨਹੀਂ ਤੋਰੇ ਮਹਾਰਾਜ ਨੇ, ਅੱਧੇ ਸੂਰਮੇ ਨਾਲ ਪਰਿਵਾਰ ਦੇ ਭੇਜ ਦਿੱਤੇ।
ਤੇ ਅੱਧੇ ਸਿਪਾਹੀ ਜਾਂ ਕਹਿ ਲਈਏ ਸੂਰਮੇ ਮਹਾਰਾਜ ਨੇ ਆਪਣੇ ਕੋਲ ਰੋਕ ਕੇ ਉਸ ਵੇਲੇ ਰੱਖੇ ਹੋਏ ਹਨ। ਡੇਢ ਕੁ ਜਾਮਨੀ ਗਈ। ਉਸ ਵੇਲੇ 1.5 ਕੁ ਪਹਿਰ ਜਦੋਂ ਰਾਤ ਚਲੇ ਗਈ ਹੈ, 10:30 ਦਾ ਸਮਾਂ ਹੋਇਆ ਨਾ, ਜਿਸ ਵੇਲੇ ਵੇਖਿਆ ਵੀ ਹੁਣ ਰਾਤ ਹੋਰ ਜਿਹੜੀ ਹੈ ਉਹ ਗੂੜੀ ਹੋ ਗਈ ਹੈ, ਜਾਂ ਇਸ ਵੇਲੇ ਹੁਣ ਦੁਸ਼ਮਣ ਸੌਂ ਗਿਆ ਹੈ, ਜਦੋਂ ਵੇਖਿਆ ਵੀ 1.5 ਕੁ ਪਹਿਰ ਰਾਤ ਬਤੀਤ ਹੋ ਗਈ ਹੈ, ਤਬ ਸਤਿਗੁਰ ਨਿਜ ਤਿਆਰੀ। ਹੁਣ ਮਹਾਰਾਜ ਸਾਹਿਬ ਜੀ ਆਪ ਵੀ ਕਿਲਾ ਛੱਡਣ ਵਾਸਤੇ ਤਿਆਰੀ ਕਰਨ ਲੱਗ ਪਏ। 1.5 ਪਹਿਰ 3 ਘੰਟਿਆਂ ਦਾ ਪਹਿਰ ਹੈ, ਤੇ 1.5 ਪਹਿਰ ਦਾ ਸਮਾਂ ਕੋਈ 4.5 ਘੰਟੇ, ਤੇ 10 ਵਜੇ ਤੋਂ ਰਾਤ ਦੇ 6 ਵਜੇ ਤੋਂ ਰਾਤ ਦਾ ਪਹਿਲਾ ਪਹਿਰ ਸ਼ੁਰੂ ਹੁੰਦਾ ਹੈ। 6 ਵਜੇ ਤੋਂ ਪਹਿਲਾ ਪਹਿਰ, 6 ਵਜੇ ਤੋਂ 9 ਵਜੇ ਤੱਕ ਇਹ ਜਿਹੜਾ ਪਹਿਰ ਚੱਲਦਾ ਪਿਆ, ਇਹਨੂੰ ਰਾਤ ਦਾ ਪਹਿਲਾ ਪਹਿਰ ਕਿਹਾ ਜਾਂਦਾ ਹੈ। ਅਤੇ 9 ਵਜੇ ਤੋਂ 1.5 ਘੰਟਾ ਹੋਰ ਅੱਗੇ ਚੱਲੀਏ 10:30 ਦਾ ਸਮਾਂ। ਹੁਣ ਮਹਾਰਾਜ ਸਾਹਿਬ ਜੀ ਨੇ ਆਪ ਵੀ ਤਿਆਰਾ ਕੀਤਾ ਚੱਲਣ ਵਾਸਤੇ। ਪਾਤਸ਼ਾਹ ਜੀ ਨੇ ਨਿਕਸੇ ਪ੍ਰਥਮ ਗਏ ਤਿਸ ਜਾਏ। ਸਤਿਗੁਰੂ ਪਾਤਸ਼ਾਹ ਆਪ ਤਿਆਰ ਬਰ ਤਿਆਰ ਹੋ ਕੇ, ਲੱਕ ਨੂੰ ਕਮਰ ਕੱਸਾ ਲੱਗਾ ਹੋਇਆ, ਸ਼ਸਤਰ ਮਹਾਰਾਜ ਨੇ ਸਜਾਏ ਹੋਏ, ਘੋੜਾ ਮਹਾਰਾਜ ਜੀ ਦਾ ਤਿਆਰ ਕਰਕੇ ਕੋਲ ਸੇਵਾਦਾਰਾਂ ਨੇ ਲੈ ਆਂਦਾ ਹੈ। ਸਤਿਗੁਰੂ ਪਾਤਸ਼ਾਹ ਆਪ ਵੀ ਉਸ ਵੇਲੇ ਤਿਆਰ ਹੋ ਕੇ ਸ੍ਰੀ ਗੁਰੂ ਤੇਗ ਬਹਾਦਰ ਥਾਏ। ਅਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਮਹਾਰਾਜ ਸਾਹਿਬ ਜੀ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਥਾਨ ਬਣਿਆ ਨਾ, ਗੁਰਦੁਆਰਾ ਸੀਸ ਗੰਜ ਆਪਾਂ ਦਰਸ਼ਨ ਕਰਦੇ ਹਾਂ, ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀਆਂ ਦੇ ਸੀਸ ਦਾ ਸੰਸਕਾਰ ਹੋਇਆ ਹੈ। ਇੱਥੇ ਬੜਾ ਸੋਹਣਾ ਮਹਾਰਾਜ ਸਾਹਿਬ ਜੀ ਨੇ ਥੜਾ ਬਣਵਾ ਕੇ, ਤੇ ਆਪ ਮਹਾਰਾਜ ਸਾਹਿਬ ਜੀ ਇੱਥੇ ਸੰਗਤਾਂ ਵਿੱਚ ਬੈਠਿਆ ਕਰਦੇ, ਤੇ ਥੜੇ ਦੇ ਉੱਪਰ ਮਹਾਰਾਜ ਸਾਹਿਬ ਜੀਆਂ ਦੀਆਂ ਪੋਥੀਆਂ ਗੁਰਬਾਣੀ ਰੱਖ ਕੇ, ਤੇ ਸੰਗਤਾਂ ਨੂੰ ਕਿਹਾ ਕਰਦੇ ਵੀ ਇਹ ਸਾਡੇ ਪਿਤਾ ਦਾ ਪੂਜਨੀय ਸਥਾਨ ਹੈ। ਤੇ ਸਤਿਗੁਰੂ ਦੋਨੇ ਟਾਈਮ ਉਸ ਦਰਬਾਰ ਦੀ, ਉਸ ਸਥਾਨ ਦੀ ਹਾਜ਼ਰੀ ਭਰਿਆ ਕਰਦੇ ਸਨ, ਦੀਵਾਨ ਉੱਥੇ ਹੀ ਸਜਾਇਆ ਕਰਦੇ। ਅੱਜ ਮਹਾਰਾਜ ਸਾਹਿਬ ਜੀ ਕਿਲਾ ਛੱਡ ਕੇ ਹਮੇਸ਼ਾ ਵਾਸਤੇ ਆਪਣਾ ਸਰੀਰ ਕਰਕੇ ਇੱਥੋਂ ਜਾਣ ਲੱਗੇ ਨੇ, ਤੇ ਆਪਣੇ ਪਿਤਾ ਦੇ ਸਥਾਨ ਦੇ ਅਖੀਰਲੀ ਵਾਰ ਦਾ ਅੱਜ ਦਰਸ਼ਨ ਮਹਾਰਾਜ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਚੱਲ ਕੇ ਆਪਣੇ ਘਰ ਤੋਂ ਸੀਸਗੰਜ ਗੁਰਦੁਆਰਾ ਸਾਹਿਬ ਦੇ ਨਾਲ ਹੀ ਮਹਾਰਾਜ ਦਾ ਘਰ ਹੈ, ਜਿਸ ਨੂੰ ਗੁਰੂ ਕਾ ਮਹਿਲ ਕਿਹਾ ਜਾਂਦਾ ਹੈ। ਉੱਥੋਂ ਮਹਾਰਾਜ ਚੱਲ ਕੇ ਤੇ ਸੀਸਗੰਜ ਵਾਲੇ ਸਥਾਨ ਤੇ ਆ ਕੇ ਪਾਤਸ਼ਾਹ ਪਹੁੰਚੇ ਹਨ। ਖਰੇ ਹੋਏ ਦਰਬਾਰ ਅਗਾਰੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਬਾਰ ਦੇ ਸਾਹਮਣੇ ਖੜ ਕੇ ਨਾ, ਜਿੱਥੇ ਪਾਤਸ਼ਾਹ ਜੀ ਦੇ ਪਵਿੱਤਰ ਸੀਸ ਦਾ ਸੰਸਕਾਰ ਹੋਇਆ ਸੀ, ਉਸ ਸਥਾਨ ਦੇ ਮਹਾਰਾਜ ਸਾਹਿਬ ਜੀ ਸਾਹਮਣੇ ਖੜ ਗਏ ਆ ਕੇ। ਕਰ ਅਰਦਾਸ ਬੰਦਨਾ ਧਾਰੀ। 10ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਆਪ ਹੱਥ ਜੋੜ ਕੇ ਆਪਣੇ ਪਿਤਾ ਦੇ ਸਥਾਨ ਤੇ ਅਰਦਾਸ ਕਰਦਿਆਂ ਬਚਨ ਕੀਤੇ ਕਿ ਹੁਣ ਅਸੀਂ ਇਹ ਸਥਾਨ ਛੱਡ ਕੇ ਚੱਲੇ ਹਾਂ, ਸੋ ਇਸ ਸਥਾਨ ਦੇ ਉੱਪਰ ਜਾਣ ਦਾ ਸਾਨੂੰ ਖਾਲਸੇ ਦਾ ਹੁਕਮ ਹੈ। ਪਰਿਵਾਰ ਦੀ ਵੀ ਰਜਾਮੰਦੀ ਇਹੋ ਹੀ ਹੈ ਵੀ ਇਸ ਸਥਾਨ ਨੂੰ ਛੱਡ ਕੇ ਚੱਲੀਏ। ਇਸ ਕਰਕੇ ਹੁਣ ਅਸੀਂ ਇਹ ਸਥਾਨ ਛੱਡ ਕੇ ਆਪ ਜੀ ਦੀ ਆਗਿਆ ਦੇ ਸਹਿਤ ਇੱਥੋਂ ਜਾਣ ਵਾਸਤੇ ਆਏ ਹਾਂ। ਬਹਰੋ ਉੱਚੇ ਕੀਨ ਬਖਾਨ। ਜਦੋਂ ਮਹਾਰਾਜ ਜੀਆਂ ਨੇ ਅਰਦਾਸ ਕੀਤੀ ਨਾ ਚੱਲਣ ਵਾਸਤੇ, ਤੇ ਪਾਤਸ਼ਾਹ ਜੀ ਥੋੜੇ ਜਿਹਾ ਕਦਮ ਪਿੱਛੇ ਆਏ ਸਥਾਨ ਤੋਂ। ਫਿਰ ਪਾਤਸ਼ਾਹ ਨੇ 4 ਚੁਫੇਰੇ ਵੇਖਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੇਅੰਤ ਸੂਰਮੇ ਮਹਾਰਾਜ ਦੇ ਸ਼ਸਤਰ ਧਾਰੀ ਕੋਲ ਖੜੇ ਹੋਏ, ਤੇ ਮਹਾਰਾਜ ਜੀਆਂ ਨੇ ਉੱਚੀ ਆਵਾਜ਼ ਦੇ ਵਿੱਚ ਹੁਣ ਸਾਰਿਆਂ ਨੂੰ ਸੁਣਾਇਆ, ਆਵਾਜ਼ ਦੂਰ ਤੱਕ ਜਾਵੇ। ਬੜੀ ਗਰਜਵੀਂ ਆਵਾਜ਼ ਦੇ ਵਿੱਚ ਮਹਾਰਾਜ ਬੋਲੇ ਆਪਣੇ ਪਿਤਾ ਦੇ ਸਥਾਨ ਤੇ ਖੜ ਕੇ। ਉਸ ਵੇਲੇ ਕਹਿਣ ਲੱਗੇ ਹਨ, ਹੈ ਕੋ ਸਾਧ ਰਹਿ ਸਥਾਨ। ਮਹਾਰਾਜ ਕਹਿਣ ਲੱਗੇ ਕੋਈ ਹੈ ਸਾਧੂ ਜਿਹੜਾ ਇਸ ਸਥਾਨ ਤੇ ਰਹਿ ਕੇ ਸੇਵਾ ਕਰੇ? ਕੋਈ ਹੈ ਜਿਹੜਾ ਚਾਹਵੇ ਕਿ ਮੈਂ ਇਸ ਸਥਾਨ ਦੀ ਸੇਵਾ ਕਰਨੀ ਹੈ? ਮਹਾਰਾਜ ਜੀ ਆਪਣੇ ਪਿਤਾ ਦੇ ਸਥਾਨ ਨੂੰ ਖਾਲੀ ਛੱਡ ਕੇ ਨਹੀਂ ਆਉਣਾ ਚਾਹੁੰਦੇ। ਇੱਥੇ ਸੇਵਾਦਾਰ ਮਹਾਰਾਜ ਛੱਡ ਕੇ ਆਉਣਗੇ, ਔਰ ਉਹ ਸੇਵਾ ਕੋਈ ਵੀ ਲੈ ਸਕਦਾ ਹੈ। ਉੱਚੀ ਆਵਾਜ਼ ਦੇ ਵਿੱਚ ਮਹਾਰਾਜ ਨੇ ਆਖਿਆ, ਕਹਿਣ ਲੱਗੇ ਹੈ ਕੋਈ ਇਸ ਤਰ੍ਹਾਂ ਦਾ ਗੁਰਮੁਖ ਸਾਧੂ ਜਿਹੜਾ ਇੱਥੇ ਰਹਿ ਕੇ ਸੇਵਾ ਕਰਨੀ ਚਾਹਵੇ? ਜਿਹੜਾ ਕੋਈ ਹੈ ਉਹ ਅੱਗੇ ਆ ਕੇ ਸਾਨੂੰ ਦੱਸੇ ਕਿ ਉਸ ਨੂੰ ਫਿਰ ਅਸੀਂ ਸੇਵਾ ਵਿੱਚ ਛੱਡਣਾ ਕਰੀਏ। ਝਾੜੂ ਦੀਪਕ ਨਿਤ ਪ੍ਰਤ ਕਰੇ। ਸਾਡੇ ਇਸ ਪਿਤਾ ਦੇ ਸਥਾਨ ਤੇ ਰੋਜ਼ ਝਾੜੂ ਦੀ ਸੇਵਾ ਕਰੇ, ਨਾਲ ਰੋਜ਼ ਇੱਥੇ ਦੀਵਾ ਬੱਤੀ ਕਰਿਆ ਕਰੇ। ਸਵੇਰੇ ਸ਼ਾਮ ਇੱਥੇ ਦੀਵਾ ਜਗਾ ਕੇ, ਜੋਤ ਜਗਾ ਕੇ ਪ੍ਰਕਾਸ਼ ਹੋਣਾ ਚਾਹੀਦਾ ਹੈ। ਸਾਡੇ ਪਿਤਾ ਦਾ ਸਥਾਨ ਹੈ, ਔਰ ਝਾੜੂ ਦੀ ਇੱਥੇ ਸੇਵਾ ਕਰਕੇ ਸਫਾਈ ਰੱਖੇ। ਕੋਈ ਹੈ ਇਸ ਤਰ੍ਹਾਂ ਦਾ ਗੁਰਮੁਖ ਸਾਧੂ ਜਿਹਦਾ ਮਨ ਹੋਵੇ ਇੱਥੇ ਸੇਵਾ ਕਰਨ ਦਾ? ਜੇ ਕੋਈ ਰਹਿਣਾ ਚਾਹੁੰਦਾ ਹੈ ਤੇ ਸਾਡਾ ਹੁਕਮ ਮੰਨ ਕੇ ਇੱਥੇ ਸੇਵਾ
ਕੋਈ ਸਿੱਖ ਜਾਂ ਕੋਈ ਸਾਧੂ ਲੈਣਾ ਕਰੇ। ਸ੍ਰੀ ਗੁਰਦੇਵ ਸੇਵ ਹਿਤ ਧਰੈ। ਸਾਡੇ ਸਤਿਗੁਰੂ ਪਾਤਸ਼ਾਹ ਜਿਹੜੇ ਨੇ ਸ੍ਰੀ ਗੁਰਦੇਵ ਆਖਿਆ ਜਾਂਦਾ ਹੈ, ਜਿਸ ਨੂੰ ਪਿਤਾ ਗੁਰਦੇਵ ਕਹੀਦਾ ਹੈ। ਜਿਵੇਂ ਮਹਾਰਾਜ ਨੇ ਆਖਿਆ ਨਾ, ਆਦ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਨੂੰ ਨਮਸਕਾਰ ਕੀਤੀ ਹੈ। ਆਦ ਗੁਰੇ ਨਮਹਿ, ਜਿਹੜੇ ਪਹਿਲੇ ਗੁਰੂ ਨੇ ਗੁਰੂ ਨਾਨਕ ਦੇਵ ਪਾਤਸ਼ਾਹ, ਅਸੀਂ ਉਹਨਾਂ ਨੂੰ ਨਮਸਕਾਰ ਕਰਦੇ ਹਾਂ। ਜੁਗਾਦ ਗੁਰੇ ਨਮਹਿ, ਜੁਗ ਤੋਂ ਭਾਵ ਹੁੰਦਾ ਦੋ, ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਉਹਨਾਂ ਨੂੰ ਵੀ ਨਮਸਕਾਰ ਕਰਦੇ ਹਾਂ। ਤੇ ਅੱਗੇ ਮਹਾਰਾਜ ਕਹਿਣ ਲੱਗੇ, ਆਦ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ। ਸਤਿਗੁਰੂ ਜੋ ਸਾਡੇ ਪਿਤਾ ਗੁਰੂ ਦੇ ਵੀ ਗੁਰੂ ਨੇ, ਧੰਨ ਗੁਰੂ ਅਮਰਦਾਸ ਪਾਤਸ਼ਾਹ, ਉਹਨਾਂ ਨੂੰ ਨਮਸਕਾਰ। ਤੇ ਫਿਰ ਚੌਥੇ ਨੰਬਰ ਤੇ ਜਾ ਕੇ ਆਖਿਆ, ਸ੍ਰੀ ਗੁਰਦੇਵੇ ਨਮਹਿ, ਜੋ ਸਾਡੇ ਪਿਤਾ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ, ਸ੍ਰੀ ਸ਼੍ਰੋਮਣੀ ਸਾਡੇ ਗੁਰੂ ਵੀ ਨੇ, ਸਾਡੇ ਪਿਤਾ ਨੇ, ਉਹਨਾਂ ਨੂੰ ਨਮਸਕਾਰ। ਫਿਰ ਮਹਾਰਾਜ ਅੱਗੇ ਬਾਣੀ ਉਚਾਰਦੇ, ਸਾਰੇ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਫਿਰ ਸੁਖਮਨੀ ਸਾਹਿਬ ਮਹਾਰਾਜ ਨੇ ਅੱਗੇ ਬਖਸ਼ਿਸ਼ ਕੀਤਾ ਹੈ। ਸੋ ਗੁਰਮੁਖੋ ਇੱਥੇ ਬਚਨ ਆ ਗਿਆ, ਸ੍ਰੀ ਗੁਰਦੇਵ। ਮਹਾਰਾਜ ਕਹਿਣ ਲੱਗੇ, ਜੋ ਸਾਡੇ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ, ਸਾਡੇ ਪਿਤਾ ਵੀ ਨੇ ਔਰ ਸਾਡੇ ਗੁਰੂ ਵੀ ਨੇ। ਸੋ ਉਹਨਾਂ ਦੀ ਸੇਵਾ ਵਾਸਤੇ ਕੋਈ ਸਿੱਖ ਇਹੋ ਜਿਹਾ ਹੈ ਜਿਹੜਾ ਪ੍ਰੇਮ ਰੱਖ ਕੇ ਸੇਵਾ ਕਰੇ, ਭਾਵਨਾ ਨਾਲ ਇੱਥੇ ਸੇਵਾ ਕਰੇ, ਜਿਹੜਾ ਪਿਤਾ ਸਤਿਗੁਰੂ ਦੇ ਸਥਾਨ ਦੇ ਭਾਵਨਾ ਪ੍ਰੇਮ ਨਾਲ ਸੇਵਾ ਕਰੇ? ਕੋਈ ਇਸ ਤਰ੍ਹਾਂ ਦਾ ਸਿੱਖ ਹੈ ਤੇ ਭਾਈ ਸੇਵਾ ਲੈਣੀ ਕਰੇ। 3 ਬਾਰ ਗੁਰ ਬਚਨ ਉਚਾਰਾ। ਜਦੋਂ ਮਹਾਰਾਜ ਜੀਆਂ ਨੇ ਬਚਨ ਆਖਿਆ ਨਾ, ਪਹਿਲੀ ਵਾਰ ਸੁਣਿਆ ਤੇ ਬਚਨ ਸਾਰਿਆਂ ਨੇ, ਪਰ ਕਿਸੇ ਨੇ ਕੋਈ ਅੱਗੋਂ ਇਹ ਨਹੀਂ ਆਖਿਆ ਵੀ ਅਸੀਂ ਸੇਵਾ ਕਰਦੇ ਹਾਂ। ਥੋੜੇ ਸਮੇਂ ਬਾਅਦ ਫਿਰ ਮਹਾਰਾਜ ਬੋਲੇ, ਬੜੀ ਗਰਜਵੀਂ ਆਵਾਜ਼ ਦੇ ਵਿੱਚ ਆਖਿਆ, ਕਹਿਣ ਲੱਗੇ, ਹੈ ਕੋਈ ਜਿਹੜਾ ਮੰਗ ਕੇ ਸੇਵਾ ਲਵੇ ਤੇ ਸੇਵਾ ਕਰਕੇ ਇੱਥੇ ਕਿਰਤਾਰਥ ਹੋਵੇ, ਸਾਡੇ ਪਿਤਾ ਦੇ ਸਥਾਨ ਦੀ ਸੇਵਾ ਕਰੇ। ਦੂਜੀ ਵਾਰੀ ਬਚਨ ਆਖਿਆ, ਫਿਰ ਕੋਈ ਨਹੀਂ ਬੋਲਿਆ, ਕੋਈ ਨਹੀਂ ਅੱਗੇ ਹੋਇਆ ਹੈ। ਫਿਰ ਪਾਤਸ਼ਾਹ ਜੀ ਨੇ ਉਸ ਵੇਲੇ ਤੀਜੀ ਵਾਰੀ ਫਿਰ ਬਚਨ ਆਖਿਆ, ਕਹਿਣ ਲੱਗੇ, ਭਾਈ ਜਿਹੜਾ ਇੱਥੇ ਰਹਿ ਕੇ ਸੇਵਾ ਕਰੇਗਾ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦੇਵਾਂਗੇ, ਔਰ ਕੋਈ ਵੀ ਉਹਦਾ ਵਾਲ ਨਹੀਂ ਵਿੰਗਾ ਕਰ ਸਕੇਗਾ, ਅਤੇ ਇਸੇ ਤਰ੍ਹਾਂ ਇਹ ਸੇਵਾ ਉਸ ਨੂੰ ਮੁਕਤੀ ਦੀ ਦਾਤ ਬਖਸ਼ਿਸ਼ ਕਰੇਗੀ। ਕੋਈ ਹੈ ਇਸ ਤਰ੍ਹਾਂ ਦਾ ਗੁਰਮੁਖ ਸਾਧੂ ਜਿਹੜਾ ਇਸ ਸਥਾਨ ਦੀ ਰਹਿ ਕੇ ਸੇਵਾ ਕਰਨੀ ਕਰੇ? ਨਹਿ ਕੋ ਬੋਲਿਓ ਡਰ ਉਰ ਧਾਰਾ। ਉਸ ਵੇਲੇ ਗੁਰਮੁਖੋ ਇਸ ਵੇਲੇ ਮੁਗਲ ਫੌਜ ਦਾ ਬੜਾ ਭਾਰੀ ਡਰ ਹੈ। ਸਿੱਖਾਂ ਦੇ ਮਨ ਵਿੱਚ ਇਹ ਹੈ ਵੀ ਮਹਾਰਾਜ ਇਹ ਕਿਲ੍ਹਾ ਛੱਡ ਦੇਣਗੇ ਤੇ ਮੁਗਲਾਂ ਨੇ ਉਸੇ ਵੇਲੇ ਇੱਥੇ ਹਮਲਾ ਕਰ ਦੇਣਾ ਹੈ। ਇਹ ਸਾਰੇ ਥਾਂ ਜਿਹੜੇ ਬਣੇ ਹੋਏ ਢਾਹ ਦਿੱਤੇ ਜਾਣਗੇ, ਅਤੇ ਜਿਹੜੇ ਵੀ ਇੱਥੇ ਵੱਜ ਜਾਣਗੇ ਉਹਨਾਂ ਨੂੰ ਕਤਲ ਕਰ ਦਿੱਤਾ ਜਾਵੇਗਾ, ਛੱਡਿਆ ਨਹੀਂ ਜਾਵੇਗਾ। ਸਿੱਖਾਂ ਦੇ ਮਨ ਵਿੱਚ ਡਰ ਹੈ ਵੀ ਜਿੰਨਾ ਚਿਰ ਮਹਾਰਾਜ ਆਪ ਇੱਥੇ ਨੇ ਉਹਨਾਂ ਚਿਰ ਹਮਲਾ ਨਹੀਂ ਹੈ। ਜਦੋਂ ਪਤਾ ਲੱਗ ਗਿਆ ਮੁਗਲਾਂ ਨੂੰ ਵੀ ਸਤਿਗੁਰੂ ਚਲੇ ਗਏ, ਫਿਰ ਹਮਲਾ ਹੋ ਜਾਣਾ ਤੇ ਇੱਥੇ ਰਹਿ ਕੇ ਜਿਉਂਦੇ ਨਹੀਂ ਰਵਾਂਗੇ, ਮਾਰ ਦਿੱਤਾ ਜਾਵੇਗਾ। ਇਹ ਡਰ ਹੈ ਮਨ ਦੇ ਵਿੱਚ। ਕੋਈ ਵੀ ਸਿੱਖ ਉਸ ਵੇਲੇ ਅੱਗੇ ਹੋ ਕੇ ਇਹ ਸੇਵਾ ਲੈਣ ਵਾਸਤੇ ਤਿਆਰ ਨਹੀਂ ਹੋਇਆ ਹੈ। ਅਚਰਜ ਸਵਾਂਗ ਵਿਸਾਲ ਆਰੰਭੇ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਅਚਰਜਤਾਈ ਵਾਲੇ ਕੰਮ, ਹੈਰਾਨ ਕਰਨ ਵਾਲੇ ਕੰਮ ਕਰਦੇ ਪਾਤਸ਼ਾਹ ਜੀ। ਬੜੇ ਬੜੇ ਸਵਾਂਗ ਲੀਲਾ ਮਹਾਰਾਜ ਦੀਆਂ ਅਪਰੰਪਾਰ ਨੇ, ਕੋਈ ਜਾਣ ਨਹੀਂ ਸਕਦਾ, ਕੋਈ ਕਹਿ ਨਹੀਂ ਸਕਦਾ ਹੈ। ਇਹ ਜਿਹੜਾ ਬਚਨ ਮਹਾਰਾਜ ਕਰਦੇ ਪਏ ਨਾ, ਇਹਦੇ ਵਿੱਚ ਵੀ ਗੁਰਮੁਖੋ ਇੱਕ ਰਾਜ ਹੈ ਮਹਾਰਾਜ ਸਾਹਿਬ ਜੀ ਦਾ। ਮਹਾਰਾਜ ਹੈਰਾਨ ਕਰਨ ਵਾਲੇ ਕਾਰਜ ਕਰਦੇ ਹਨ। ਰਹੀ ਨਾ ਧੀਰਜ ਭਏ ਅਚੰਭੇ। ਕਿਸੇ ਦੇ ਮਨ ਵਿੱਚ ਧੀਰਜ ਨਹੀਂ ਰਹੀ ਹੈ, ਕਿਉਂਕਿ ਕਾਰਨ ਗੁਰਮੁਖੋ ਇਹ ਹੈ ਕਿ ਮਹਾਰਾਜ ਨੇ ਆਪਣੇ ਤੋਂ ਬਾਅਦ ਵਿੱਚ ਗੁਰਤਾ ਗੱਦੀ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਉਸ ਵੇਲੇ ਮਹਾਰਾਜ ਨੇ ਦੇਣੀ ਹੈ, ਨੰਦੇੜ ਸਾਹਿਬ ਦੀ ਧਰਤੀ ਤੇ ਜਾ ਕੇ। ਗੁਰੂ ਪਾਤਸ਼ਾਹ ਤੋਂ ਕਈ ਬੰਦੇ ਜਾਂ ਕਈ ਪਰਿਵਾਰ ਦੇ ਵਿੱਚੋਂ ਇਹੋ ਜਿਹੇ ਵਿਅਕਤੀ ਹੋਣਗੇ ਜਿਹੜੇ ਗੁਰੂ ਬਣਨ ਦਾ ਦਾਅਵਾ ਕਰਨਗੇ, ਗੁਲਾਬ ਰਾਏ ਵਰਗੇ, ਤੇ ਸਤਿਗੁਰਾਂ ਨੇ ਉਹਨਾਂ ਨੂੰ ਵੀ ਸਮੇਟਣਾ ਹੈ ਵੀ ਸਾਡੇ ਤੋਂ ਮਗਰੋਂ ਕੋਈ ਵਿਅਕਤੀ ਸਰੀਰ ਕਰਕੇ ਗੁਰਤਾ ਗੱਦੀ ਤੇ ਬਹਿਣ ਜੋਗਾ ਨਾ ਰਵੇ। ਇਹ ਮਹਾਰਾਜ ਨੇ ਇੱਥੇ ਇੱਕ ਵਿਧੀ ਬਣਾਈ ਹੈ, ਜਾਣ ਬੁੱਝ ਕੇ ਮਹਾਰਾਜ ਐਸੀ ਲੀਲਾ ਕਰਦੇ ਪਏ। ਸੋ ਅੱਗੇ ਜਾ ਕੇ ਆਪਾਂ ਉਹ ਇਤਿਹਾਸ ਬਚਨ ਸਰਵਣ ਕਰਾਂਗੇ। ਸਤਿਗੁਰੂ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ ਜਦੋਂ ਇਹ ਬਚਨ ਕੀਤਾ, ਰਹੀ ਨਾ ਧੀਰਜ, ਹੌਸਲੇ ਟੁੱਟ ਗਏ। ਕੋਈ ਧੀਰਜ ਧਾਰ ਕੇ ਰਹਿਣਾ ਚਾਹੁੰਦਾ ਹੀ ਨਹੀਂ ਹੈ। ਕਿਹੜਾ ਰਵੇ? ਮੁਗਲ ਹਮਲਾ ਕਰ ਦੇਣਗੇ ਤੇ ਮਾਰੇ ਜਾਵਾਂਗੇ, ਡਰ ਹੈ ਮਨ ਦੇ ਵਿੱਚ। ਸਾਰਿਆਂ ਦੇ ਉਸ ਵੇਲੇ ਮਨ ਵਿੱਚ ਬੜੇ ਅਚੰਭਾ ਹੈ, ਬੜੀ ਹੈਰਾਨਗੀ ਹੈ ਵੀ ਮਹਾਰਾਜ ਆਪ ਚੱਲੇ ਤੇ ਸਾਨੂੰ ਇੱਥੇ ਛੱਡ ਕੇ ਜਾਣ ਵਾਸਤੇ ਆਖਦੇ ਹਨ। ਇੱਕ ਗੁਰਬਖਸ਼ ਸਾਧ ਢਿਗ ਖਰਿਓ। ਜਦੋਂ ਮਹਾਰਾਜ ਨੇ ਵਾਰ-ਵਾਰ ਬਚਨ ਆਖਿਆ, ਕੋਈ ਸਿੱਖ ਤੇ ਨਹੀਂ ਬੋਲਿਆ। ਇੱਥੇ ਇੱਕ ਸਾਧੂ ਖੜਾ ਹੋਇਆ, ਨਾਮ ਹੈ ਉਸਦਾ
ਗੁਰਬਖਸ਼, ਗੁਰਬਖਸ਼ ਸਾਧ ਇਸ ਦਾ ਨਾਮ ਹੈ। ਮਹਾਰਾਜ ਦੇ ਕੋਲ ਹੀ ਖਲੋਤਾ ਸੀ, ਉਹ ਵੀ ਦਦਾਰਾ ਕਰਦਾ ਪਿਆ, ਬਚਨ ਸੁਣਦਾ ਪਿਆ। ਸਤਿਗੁਰਾਂ ਨੇ ਵੇਖਦਿਆਂ ਵੇਖਦਿਆਂ ਧਿਆਨ ਇਹਦੇ ਵਾਲੇ ਪਾਸੇ ਗਿਆ, ਗੁਰਬਖਸ਼ ਸਾਧ ਦੇ ਵੱਲ। ਮਹਾਰਾਜ ਸਾਹਿਬ ਜੀ ਉਸ ਵੇਲੇ ਵੇਖ ਕੇ ਤਿਸੈ ਬਿਲੋਕਤ ਬਾਕ ਉਚਰਿਓ। ਸਤਿਗੁਰੂ ਪਾਤਸ਼ਾਹ ਨੇ ਗੁਰਬਖਸ਼ ਸਾਧੂ ਵੱਲੇ ਵੇਖਿਆ ਤੇ ਵੇਖ ਕੇ ਮਹਾਰਾਜ ਕਹਿਣ ਲੱਗੇ, ਐ ਸਾਧੂ, ਅਸੀਂ ਤੈਨੂੰ ਇੱਕ ਬਚਨ ਕਰਨ ਲੱਗੇ ਹਾਂ, ਸਾਡਾ ਬਚਨ ਜਿਹੜਾ ਹੈ ਧਿਆਨ ਦੇ ਨਾਲ ਸੁਣਨਾ ਕਰੋ। ਬਸੋ ਹੋ ਇਹਾਂ ਤੁਮ ਸੇਵਾ ਕਰੋ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਤੁਸੀਂ ਇੱਥੇ ਰਹੋ, ਇਸ ਥਾਂ ਤੇ ਤੁਸੀਂ ਵਾਸਾ ਰੱਖੋ ਆਪਣਾ, ਤੁਸੀਂ ਸੇਵਾ ਕਰੋ ਸਾਡੇ ਪਿਤਾ ਦੇ ਸਥਾਨ ਦੀ। ਇੱਥੇ ਝਾੜੂ ਦੀ ਸੇਵਾ ਕਰਨੀ ਹੈ, ਦੀਪਕ ਇੱਥੇ ਬਾਲਿਆ ਕਰੋ, ਜੋ ਜਗਾਇਆ ਕਰੋ, ਪ੍ਰਕਾਸ਼ ਕਰਿਆ ਕਰੋ, ਸੰਧਿਆ ਸਵੇਰੇ ਸ਼ਾਮ ਇੱਥੇ ਹਾਜ਼ਰੀ ਭਰਿਆ ਕਰੋ। ਤੁਸੀਂ ਸਾਧੂ ਹੋ ਤੇ ਸਾਧੂਆਂ ਦਾ ਕੰਮ ਹੁੰਦਾ ਹੈ ਇਸ ਤਰ੍ਹਾਂ ਦੀ ਸੇਵਾ ਕਰਨੀ। ਇਸ ਗੁਰਬਖਸ਼ ਸਾਧ ਨੂੰ ਵੇਖ ਕੇ ਮਹਾਰਾਜ ਨੇ ਬਚਨ ਆਖੇ ਹਨ, ਕਰ ਸੇਵਾ ਨਿਜ ਸਾਧੂ ਉਚਰਿਓ। ਤੇ ਉਸ ਵੇਲੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਤਿਸੈ ਬਲੋਕਤ ਸਾ ਬਾਕ ਉਚਾਰੇ। ਸੋ ਉਸ ਵੇਲੇ ਮਹਾਰਾਜ ਸਾਹਿਬ ਜੀਆਂ ਨੇ ਉਸ ਦੇ ਵੱਲ ਵੇਖ ਕੇ ਜਿਹੜੇ ਬਚਨ ਹਨ ਉਹ ਆਖੇ ਹਨ। ਬਸੋ ਇਹਾਂ ਤੁਮ ਸੇਵਾ ਕਰੋ। ਸਤਿਗੁਰੂ ਪਾਤਸ਼ਾਹ ਕਹਿੰਦੇ, ਇੱਥੇ ਰਹੋ, ਸਾਡੇ ਪਿਤਾ ਦੇ ਸਥਾਨ ਤੇ ਰਹਿ ਕੇ ਐ ਗੁਰਬਖਸ਼ ਸਾਧੂ ਸੇਵਾ ਕਰਕੇ ਲਾਹਾ ਲੈਣਾ ਕਰ। ਕਰ ਸੇਵਾ ਨਿਜ ਜਨਮ ਸੁਧਰੋ। ਤੁਸੀਂ ਆਪਣਾ ਸੇਵਾ ਕਰਕੇ ਜਨਮ ਸੁਧਾਰ ਲਵੋ। ਔਰ ਕਿਉਂਕਿ ਗੁਰੂ ਦੀ ਜਿਹੜੀ ਸੇਵਾ ਹੈ, ਗੁਰ ਕੀ ਸੇਵਾ, ਗੁਰ ਸੇਵਾ ਤਪਾਂ ਸਿਰ ਤਪਸਾਰ ਹੈ। ਸੋ ਗੁਰੂ ਦੀ ਸੇਵਾ ਬੜੀ ਵੱਡੀ ਹੈ ਜੇ ਕੋਈ ਕਰ ਲਵੇ। ਸੋ ਇਸ ਕਰਕੇ ਸੇਵਾ ਕਰੋਗੇ ਜਨਮ ਸੁਧਰ ਜਾਏਗਾ, ਜਨਮ ਸਫਲਾ ਹੋ ਜਾਏਗਾ। ਪਾਤਸ਼ਾਹ ਬਚਨ ਕਰਦੇ ਪਏ, ਕਹਿਣ ਲੱਗੇ, ਐ ਗੁਰਬਖਸ਼ ਸਾਧੂ, ਤੁਸੀਂ ਇੱਥੇ ਰਹਿ ਕੇ ਸਾਡੇ ਪਿਤਾ ਦੇ ਸਥਾਨ ਦੀ ਸੇਵਾ ਕਰੋ, ਆਪਣਾ ਜਨਮ ਸੁਧਾਰ ਲਵੋ, ਤੁਹਾਡਾ ਜਨਮ ਸਫਲਾ ਹੋ ਜਾਏਗਾ। ਇਹ ਬਚਨ ਮਹਾਰਾਜ ਜੀਆਂ ਨੇ ਆਖੇ ਹਨ। ਮਹਾਦੇਵ ਤਿਸ ਕਾ ਗੁਰ ਬੋਲਾ। ਅਜੇ ਗੁਰਬਖਸ਼ ਸਾਧੂ ਨੇ ਕੋਈ ਜਵਾਬ ਨਹੀਂ ਦਿੱਤਾ, ਨਾ ਉਹਨੇ ਆਖਿਆ ਵੀ ਮੈਂ ਸੇਵਾ ਕਰਦਾ, ਨਾ ਆਖਿਆ ਵੀ ਨਹੀਂ ਕਰਦਾ। ਪਰ ਇਸ ਗੁਰਬਖਸ਼ ਸਾਧੂ ਦਾ ਗੁਰੂ ਵੀ ਇੱਥੇ ਖਲੋਤਾ, ਜਿਹਦੇ ਕੋਲੋਂ ਇਸ ਨੇ ਸਾਧਪੁਣਾ ਲਿਆ ਹੈ, ਉਹਦਾ ਨਾਮ ਹੈ ਮਹਾਦੇਵ। ਇਹ ਮਹਾਦੇਵ ਨਾਮ ਦਾ ਇਹਦਾ ਗੁਰੂ ਵੀ ਉੱਥੇ ਖਲੋਤਾ ਹੋਇਆ ਜਦੋਂ ਬਚਨ ਕੀਤੇ। ਹੁਣ ਗੁਰਬਖਸ਼ ਸਾਧੂ ਨੇ ਨਹੀਂ ਆਖਿਆ ਵੀ ਮੈਂ ਰਹਿਣਾ ਕਿ ਜਾਣਾ ਹੈ, ਪਰ ਇਹਦਾ ਗੁਰੂ ਬੋਲ ਪਿਆ, ਕਹਿਣ ਲੱਗਾ, ਸਤਿਗੁਰੂ ਤੁਸੀਂ ਇਸ ਨੂੰ ਛੱਡਣਾ ਚਾਹੁੰਦੇ ਹੋ ਤੇ ਮੇਰੀ ਇੱਕ ਬੇਨਤੀ ਆਪ ਸੁਣਨਾ ਕਰੋ। ਖਾਏ ਕਹਾਂ ਤੇ ਰਹਿ ਅਡੋਲਾ। ਤੁਸੀਂ ਇਹਨੂੰ ਰਹਿਣ ਵਾਸਤੇ ਕਹਿੰਦੇ ਪਏ ਹੋ, ਪਰ ਮਹਾਰਾਜ ਇਹ ਤੇ ਸੋਚੋ ਨਾ ਵੀ ਪ੍ਰਸ਼ਾਦਾ ਕਿੱਥੋਂ ਛਕਣਾ। ਤੁਸੀਂ ਚਲੇ ਗਏ, ਸੰਗਤਾਂ ਨੇ ਇੱਥੇ ਆਉਣਾ ਨਹੀਂ। ਪਹਿਲੀ ਗੱਲ ਹੈ, ਮੁਗਲਾਂ ਨੇ ਇੱਥੇ ਆ ਕੇ ਬੜਾ ਗਦਰ ਮਚਾ ਦੇਣਾ, ਹਟਾ ਦੇਣਗੇ ਸਾਰੇ ਸਥਾਨ, ਤੇ ਜਿਹੜਾ ਕੋਈ ਇੱਥੇ ਬਚ ਗਿਆ ਉਹਨੂੰ ਮਾਰ ਦੇਣਗੇ। ਦੂਜੀ ਗੱਲ ਇਹ ਵੀ ਜੇ ਬਚ ਵੀ ਗਏ ਤੇ ਪ੍ਰਸ਼ਾਦਾ ਭੋਜਨ ਕਿੱਥੋਂ? ਲੋੜਾਂ ਤੇ ਹੈ ਨਾ ਸਰੀਰ ਦੀਆਂ ਲੋੜਾਂ ਨੇ, ਭੋਜਨ ਕੱਪੜਾ ਵਸਤੂਆਂ। ਮਹਾਰਾਜ ਇਹ ਖਾਵੇਗਾ ਕਿੱਥੋਂ? ਇਹਦੇ ਰੋਟੀ ਪਾਣੀ ਦਾ ਪ੍ਰਬੰਧ ਕਿਵੇਂ ਹੋਵੇਗਾ? ਇਹ ਆਪ ਜੀ ਦੱਸਣਾ ਕਰੋ। ਮਹਾਕੁਮਤ ਧਰ ਨੀਚ ਪਹਾਰੀ। ਸਤਿਗੁਰੂ ਪਾਤਸ਼ਾਹ ਜੀ, ਇਹ ਜਿਹੜੇ ਪਹਾੜੀਏ ਨੇ ਇਹ ਬੜੇ ਮਾੜੀ ਮੱਤ ਵਾਲੇ ਨੇ, ਨੀਚ ਮੱਤ ਵਾਲੇ ਲੋਕ ਨੇ, ਖੋਟੀ ਮੱਤ ਵਾਲੇ। ਇਹ ਸਾਨੂੰ ਇੱਥੇ ਰਹਿਣ ਥੋੜੀ ਦੇਣਗੇ। ਜੇ ਅਸੀਂ ਤੁਹਾਡੇ ਪਿਤਾ ਦੇ ਸਥਾਨ ਦੀ ਸੇਵਾ ਕਰਾਂਗੇ, ਇਹਨਾਂ ਨੀਚ ਮੱਤ ਵਾਲੇ ਪਹਾੜੀਆਂ ਨੇ ਸਾਨੂੰ ਇੱਥੇ ਰਹਿਣ ਨਹੀਂ ਦੇਣਾ ਹੈ। ਕਰਹਿ ਬੈਰ ਪਛਾਤ ਤੁਮਾਰੀ। ਸਤਿਗੁਰੂ ਤੁਸੀਂ ਚਲੇ ਗਏ, ਜੇ ਤੁਹਾਡੇ ਤੋਂ ਮਗਰੋਂ ਫਿਰ ਸਾਡੇ ਨਾਲੇ ਵੈਰ ਕਰਨਗੇ। ਬਿਨਾਂ ਗੱਲ ਤੋਂ ਅਕਾਰਨ ਹੀ ਇਹਨਾਂ ਨੇ ਵੈਰ ਕਰ ਛੱਡਣਾ ਹੈ। ਤੇ ਪਾਤਸ਼ਾਹ ਜੀ, ਤੁਹਾਡੇ ਤੋਂ ਮਗਰੋਂ ਪਹਿਲੀ ਗੱਲ ਤੇ ਪ੍ਰਸ਼ਾਦਾ ਪਾਣੀ ਨਹੀਂ ਚੱਲਣਾ। ਜੇ ਚੱਲ ਵੀ ਪਿਆ ਤੇ ਇਹਨਾਂ ਪਹਾੜੀਆਂ ਨੇ ਸਾਨੂੰ ਇੱਥੇ ਰਹਿਣ ਨਹੀਂ ਦੇਣਾ, ਵੈਰ ਕਰਿਆ ਕਰਨਗੇ। ਭੋਜਨ ਚਾਹੀਏ ਨਿਤ ਪ੍ਰਤ ਖਾਣੇ। ਇਹ ਗੁਰਬਖਸ਼ ਸਾਧੂ ਦਾ ਗੁਰੂ ਹੈ, ਮਹਾਦੇਵ ਇਸ ਦਾ ਨਾਮ ਹੈ। ਕਹਿਣ ਲੱਗਾ, ਮਹਾਰਾਜ ਬੰਦੇ ਦੇ ਸਰੀਰ ਨੂੰ ਰੋਜ਼ ਭੋਜਨ ਦੀ ਲੋੜ ਹੈ। 3.5 ਮਣ ਦਿਉਰੀ ਚੱਲੈ ਪਾਣੀ ਅੰਨ। ਸੋ ਇਹ ਬਚਨ ਮਹਾਰਾਜ ਜੀ ਦਾ। ਸੋ 3 ਸਿਰ ਕਾ ਦਿਹਾੜੀ ਮਹਿਮਾਨ, ਮਹਾਰਾਜ ਦਾ ਬਚਨ ਹੈ। ਮਹਿਮਾਨ ਵੀ 3 ਸਿਰ ਦਾ ਰਾਸ਼ਨ ਰੋਜ਼ ਇਹ ਸਰੀਰ ਖਾਂਦਾ ਹੈ ਤੇ ਤਾਂ ਚੱਲਦਾ ਹੈ। ਪਾਤਸ਼ਾਹ ਜੀ, ਇਹ ਰੋਜ਼ ਇੱਥੇ ਖਾਣ ਵਾਸਤੇ ਪ੍ਰਸ਼ਾਦਾ ਚਾਹੀਦਾ। 1-2 ਦਿਨ ਦਾ ਚਲੋ ਅਸੀਂ ਪ੍ਰਬੰਧ ਕਰ ਵੀ ਲਵਾਂਗੇ, ਪਰ ਮਹਾਰਾਜ ਰੋਜ਼ ਦਾ ਕਿਵੇਂ ਕਰਾਂਗੇ? ਇਹ ਸਾਨੂੰ ਦੱਸਣਾ ਕਰੋ। ਤੂੰ ਬਿਨ ਹਮਕੋ ਕੋ ਨ ਜਾਣੈ। ਸਤਿਗੁਰੂ, ਸਾਡਾ ਪ੍ਰਸ਼ਾਦਾ ਪਾਣੀ ਜਾਂ ਸਾਡਾ ਜਿੰਨੀ ਵੀ ਇੱਜ਼ਤ ਮਾਣ ਹੈ ਤੁਹਾਡੇ ਕਰਕੇ ਹੈ। ਜਦੋਂ ਤੁਸੀਂ ਨਾ ਇੱਥੇ ਰਹੇ, ਤੁਹਾਡੇ ਤੋਂ ਮਗਰੋਂ ਸਾਨੂੰ ਕਿਹਨੇ ਜਾਣਨਾ ਹੈ? ਨਾ ਸਾਨੂੰ ਕਿਸੇ ਨੇ ਇੱਥੇ ਰੋਟੀ ਦੇਣੀ, ਨਾ ਇੱਥੇ ਕਿਸੇ ਨੇ ਰਹਿਣ ਦੇਣਾ, ਨਾ ਸਾਡਾ ਖਰਚਾ ਚੱਲਣਾ। ਹੁਣ ਤੇ ਸੰਗਤਾਂ ਆਉਂਦੀਆਂ ਤੁਹਾਡੇ ਕਰਕੇ, ਮਾਇਆ ਵੀ ਆ ਜਾਂਦੀ ਹੈ।
ਜਦੋਂ ਤੁਸੀਂ ਨਹੀਂ ਇੱਥੇ ਹੋਵੋਗੇ ਤੇ ਫਿਰ ਸਾਡਾ ਪ੍ਰਸ਼ਾਦਾ, ਸਾਡਾ ਖਰਚਾ। ਮਹਾਰਾਜ ਤੁਹਾਡੇ ਬਿਨਾਂ ਸਾਡਾ ਇੱਥੇ ਕੌਣ ਹੈ ਜਿਹੜਾ ਸਾਨੂੰ ਪਾਲਣਾ ਕਰੇ। ਕਹੈ ਕਹਾਂ ਰਾਵਰ ਸਭ ਜਾਣੇ। ਸਤਿਗੁਰੂ ਪਾਤਸ਼ਾਹ ਜੀ ਮਹਾਦੇਵ ਬੋਲਿਆ, ਮਹਾਰਾਜ ਇਸ ਤੋਂ ਅੱਗੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ। ਪਾਤਸ਼ਾਹ ਤੁਸੀਂ ਜਾਣੀ ਜਾਣ ਹੋ, ਸਭ ਕੁਝ ਜਾਣਦੇ ਪਏ, ਤੇ ਮੈਂ ਹੁਣ ਕੀ ਤੁਹਾਨੂੰ ਕਹਾਂ ਜਾਂ ਕੀ ਦੱਸਣਾ ਕਰਾਂ। ਤੁਸੀਂ ਅੰਤਰਜਾਮੀ ਪਾਤਸ਼ਾਹ ਜੀ ਸਭ ਕੁਝ ਜਾਣਦੇ ਹੋ, ਪਰ ਮੁੱਖ ਤਿੰਨ ਹੀ ਲੋੜਾਂ ਨੇ। ਇੱਕ ਤੇ ਪ੍ਰਸ਼ਾਦੇ ਦੀ ਵਿਵਸਥਾ ਬਣ ਜਾਵੇ, ਦੂਜਾ ਹੈ ਜਿਹੜੇ ਅਸੀਂ ਕੱਪੜੇ ਪਾਉਣੇ ਜਾਂ ਖਰਚਾ ਕਰਨਾ ਉਹਦਾ ਪ੍ਰਬੰਧ ਹੋਵੇ, ਤੇ ਤੀਜਾ ਇਹ ਹੈ ਵੀ ਇਹ ਜਿਹੜੇ ਪਹਾੜੀਏ ਸਾਡੇ ਨਾਲ ਵੈਰ ਕਰਨਗੇ ਉਹ ਤੋਂ ਕਿਵੇਂ ਅਸੀਂ ਬਚਾਂਗੇ। ਮੁੱਖ ਤੇ ਇਹ ਤਿੰਨ ਗੱਲਾਂ ਨੇ, ਪਰ ਇਹਦੇ ਤੋਂ ਬਿਨਾਂ ਹੋਰ ਵੀ ਕਈ ਗੱਲਾਂ ਨੇ। ਪਾਤਸ਼ਾਹ ਜੀ ਆਪ ਦੱਸੋ ਵੀ ਅੱਗੇ ਕੀ ਕਰੀਏ। ਆਪ ਜਾਣੀ ਜਾਣ ਹੋ, ਇਹਦੇ ਤੋਂ ਅੱਗੇ ਕੋਈ ਅਸੀਂ ਬਚਨ ਕਹਿ ਨਹੀਂ ਸਕਦੇ। ਸੇਵੈ ਨਿਤ ਕਰ ਦਿਓ ਠਿਕਾਨੇ। ਸਤਿਗੁਰੂ ਪਾਤਸ਼ਾਹ ਅਸੀਂ ਸੇਵਾ ਕਰਨ ਵਾਸਤੇ ਤਿਆਰ ਹਾਂ, ਪਰ ਬਚਨ ਇਹ ਹੈ ਸਾਡਾ ਪੱਕਾ ਟਿਕਾਣਾ ਕਰ ਦਿਓ ਵੀ ਸਾਨੂੰ ਇੱਥੋਂ ਹਿਲਾਵੇ ਕੋਈ ਨਾ। ਦੂਜੀ ਗੱਲ ਇਹ ਹੈ ਵੀ ਸਾਡਾ ਗੁਜ਼ਾਰਾ ਇੱਥੇ ਆਪਣੇ ਆਪ ਹੀ ਚੱਲਦਾ ਰਹੇ, ਸਾਨੂੰ ਕੁਝ ਕਰਨਾ ਨਾ ਪਵੇ। ਫਿਰ ਅਸੀਂ ਦੋਨੇ ਜਾਣੇ ਗੁਰੂ ਚੇਲਾ ਇੱਥੇ ਰਹਿ ਕੇ ਸੇਵਾ ਕਰਾਂਗੇ, ਤੁਹਾਡੇ ਪਿਤਾ ਦੇ ਸਥਾਨ ਦੀ ਝਾੜੂ ਵੀ ਲਾਇਆ ਕਰਾਂਗੇ, ਇਸ਼ਨਾਨ ਵੀ ਕਰਵਾਇਆ ਕਰਾਂਗੇ, ਔਰ ਜਿਹੜਾ ਹੈ ਦੀਵਾ ਬੱਤੀ ਵੀ ਜਗਾਵਾ ਕਰਾਂਗੇ। ਪਰ ਮਹਾਰਾਜ ਇਹ ਸਭ ਕੁਝ ਤਾਂ ਹੋਵੇਗਾ ਜੇ ਆਪ ਜੀ ਸਾਡਾ ਇੱਥੇ ਟਿਕਾਣਾ ਕਰ ਦਿਓ ਰਹਿਣ ਵਾਸਤੇ। ਜਦੋਂ ਇਹ ਬਚਨ ਮਹਾਦੇਵ ਨੇ ਔਰ ਗੁਰਬਖਸ਼ ਨਾਮ ਦੇ ਸਾਧੂ ਨੇ ਮਹਾਰਾਜ ਕੋਲ ਕੀਤੇ ਹਨ, ਸੁਨ ਸ਼੍ਰੀ ਮੁਖ ਤੇ ਤਿਸਹਿ ਉਚਾਰਾ। ਉਸ ਵੇਲੇ ਸਤਿਗੁਰੂ ਪਾਤਸ਼ਾਹ ਨੇ ਸੁਣ ਕੇ ਬਚਨ ਤੇ ਫਿਰ ਆਪਣੇ ਮੁਖ ਤੋਂ ਮਹਾਰਾਜ ਸੁਭਾਵਕ ਇਹ ਬਚਨ ਕਹਿਣ ਲੱਗੇ ਹਨ। ਇਹ ਸਾਚੋ ਹੈ ਗੁਰ ਦਰਬਾਰਾ। ਕਹਿਣ ਲੱਗੇ ਗੁਰਬਖਸ਼ ਸਾਧੂ, ਐ ਮਹਾਦੇਵ ਇਹ ਸੱਚੇ ਪਾਤਸ਼ਾਹ ਦਾ ਦਰਬਾਰ ਹੈ। ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ, ਪਰ ਸਿਰ ਨਾ ਦਿਆ। ਇਹ ਉਸ ਪਾਤਸ਼ਾਹ ਦਾ ਸਥਾਨ ਹੈ, ਉਹਨਾਂ ਦੇ ਤੇ ਨਾਮ ਦੇ ਨਾਲ ਹੀ ਅਸੀਂ ਬਚਨ ਇਹ ਲਿਖ ਦਿੱਤਾ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਧਾਏ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਤੇ ਨਾਮ ਦੀ ਇੰਨੀ ਬਰਕਤ ਹੈ, ਜਿਹੜਾ ਨਾਮ ਲੈ ਲਵੇ 9 ਨਦੀਆਂ 18 ਸਦੀਆਂ ਉੱਥੇ ਗੇੜਾ ਕੱਢਦੀਆਂ ਫਿਰਦੀਆਂ। ਤੇ ਤੁਸੀਂ ਤੇ ਸਾਡੇ ਪਿਤਾ ਦੇ ਸਥਾਨ ਦੀ ਸੇਵਾ ਕਰਨੀ ਹੈ, ਤੇ ਜਿਹੜਾ ਸੇਵਾ ਕਰੇਗਾ ਉਹਨੂੰ ਮਾਨਿਛਿਤ ਫਲ ਕਿਵੇਂ ਨਹੀਂ ਮਿਲੇਗਾ, ਜ਼ਰੂਰ ਮਿਲੇਗਾ। ਬਚਨ ਆ ਗਿਆ ਇਹ ਸਾਚੋ ਹੈ ਗੁਰਦਰਬਾਰਾ। ਇਹ ਸੱਚੇ ਪਾਤਸ਼ਾਹ ਸੱਚੇ ਗੁਰੂ ਜਿਨ੍ਹਾਂ ਨੇ ਧਰਮ ਵਾਸਤੇ ਕੁਰਬਾਨੀ ਕੀਤੀ ਹੈ, ਉਹਨਾਂ ਦੇ ਸੀਸ ਦਾ ਇੱਥੇ ਅੰਤਮ ਸੰਸਕਾਰ ਹੋਇਆ। ਇਹ ਉਹਨਾਂ ਦਾ ਸਥਾਨ ਹੈ, ਇੱਥੇ ਕਿਸੇ ਗੱਲ ਦਾ ਕੋਈ ਘਾਟਾ ਨਹੀਂ ਹੈ। ਅੰਨ ਭਰੀ ਗਾਡੀ ਇਹ ਖਰੀ। ਉਸ ਵੇਲੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਬਖਸ਼ਿਸ਼ ਕਰਦੇ ਪਏ, ਸੇਵਾਦਾਰਾਂ ਨੂੰ ਹੁਕਮ ਕੀਤਾ। ਕਹਿਣ ਲੱਗੇ ਵੀ ਇੱਕ ਅੰਨ ਦੀ ਗੱਡੀ ਗੱਡਾ ਅੰਨ ਦਾ ਭਰਿਆ ਹੋਇਆ। ਮਹਾਰਾਜ ਨੇ ਮੰਗਵਾ ਕੇ ਉਸੇ ਵੇਲੇ ਦਿੱਤਾ। ਕਹਿਣ ਲੱਗੇ ਆ ਇੱਕ ਅੰਨ ਦਾ ਗੱਡਾ ਇਹ ਰੱਖ ਲਓ ਹੁਣੇ ਹੀ, ਇਹਦੇ ਨਾਲ ਤੁਹਾਡਾ ਪ੍ਰਸ਼ਾਦਾ ਪਾਣੀ ਚੱਲੇਗਾ। ਜਦੋਂ ਅੰਨ ਦਾ ਗੱਡਾ ਦਿੱਤਾ ਨਾ ਉਹਨਾਂ ਵਾਸਤੇ ਬਣਾ ਕੇ ਛਕਦੇ ਰਹੋ। ਉਹ ਬਚਨ ਕਹਿਣ ਲੱਗ ਪਿਆ, ਕਹਿੰਦੇ ਮਹਾਰਾਜ ਇਹ ਗੱਡਾ ਤੇ ਮੁੱਕ ਹੀ ਜਾਏਗਾ, ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ, ਮਹੀਨੇ ਤੱਕ। ਮਹਾਰਾਜ ਫਿਰ ਕਿੱਥੋਂ ਛਕਾਂਗੇ ਜਦੋਂ ਇਹ ਬਚਨ ਆਖੇ ਹਨ। ਸੋ ਸੰਭਾਰ ਰੱਖੋ ਲਿਓ ਧਰੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਸਾਧੂਓ ਇਹ ਗੱਡਾ ਸਾਂਭ ਕੇ ਰੱਖ ਲਓ, ਜਿੱਥੇ ਮਰਜ਼ੀ ਆਪਣੀ ਨਿਗਰਾਨੀ ਵਿੱਚ ਤੁਸੀਂ ਇਸ ਗੱਡੇ ਨੂੰ, ਇਸ ਅਨਾਜ ਨੂੰ ਸਾਂਭ ਲੈਣਾ ਕਰੋ। ਸੰਧਿਆ ਸਮੇਂ ਸਦਾ ਗੁਰ ਦਰਸ਼ਨ। ਅਤੇ ਸੰਧਿਆ ਵੇਲੇ ਤੇ ਸਵੇਰ ਵੇਲੇ ਤੁਸੀਂ ਇਸ ਸਥਾਨ ਤੇ ਆ ਕੇ ਦਰਸ਼ਨ ਕਰਨੇ, ਇੱਥੇ ਆ ਕੇ ਮੱਥਾ ਟੇਕਣਾ, ਇੱਥੇ ਰਹਿ ਕੇ ਸਫਾਈ ਕਰਨੀ ਔਰ ਦੀਵਾ ਜਗਾਉਣਾ ਹੈ। ਬਰਤਨ ਵਿੱਚ ਦੀਵਾਨ ਕੇ ਪਰਸਨ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਦੀਵਾਨ ਇੱਥੇ ਤੁਸੀਂ ਸਜਾਇਆ ਕਰੋ ਅਤੇ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਿਆ ਕਰੋ। ਜਿਹੜੀਆਂ ਸੰਗਤਾਂ ਆਉਣਗੀਆਂ ਉਹਨਾਂ ਨੂੰ ਵੀ ਇਸ ਸਥਾਨ ਦੇ ਦਰਸ਼ਨ ਕਰਵਾਉਣੇ ਹਨ। ਕਿਸ ਪ੍ਰਕਾਰ ਹੋਵੇ ਕਮੀ ਨਾ ਕਾਈ। ਸਤਿਗੁਰੂ ਪਾਤਸ਼ਾਹ ਕਹਿੰਦੇ ਕਮੀ ਨਹੀਂ ਰਵੇਗੀ। ਉੱਥੇ ਫਿਰ ਬਚਨ ਮਹਾਰਾਜ ਨੇ ਆਖਿਆ, ਕਹਿਣ ਲੱਗੇ ਜਦੋਂ ਤੁਸੀਂ ਇਸ ਸਥਾਨ ਦੀ ਅੰਮ੍ਰਿਤ ਵੇਲੇ ਸੇਵਾ ਕਰਿਆ ਕਰੋਗੇ ਨਾ, ਆ ਕੇ ਇਸ਼ਨਾਨ ਕਰਵਾਇਆ ਕਰੋਗੇ, ਝਾੜੂ ਲਾਇਆ ਕਰੋਗੇ, ਜਦੋਂ ਇਹ ਸੇਵਾ ਤੁਸੀਂ ਭਾਵਨਾ ਨਾਲ ਕਰੋਗੇ ਤੇ ਤੁਹਾਨੂੰ ਰੋਜ਼ ਇੱਥੋਂ ਸੋਨੇ ਦੀਆਂ ਮੋਹਰਾਂ ਪ੍ਰਾਪਤ ਹੋਇਆ ਕਰਨਗੀਆਂ ਆਪਣੇ ਆਪ ਹੀ। ਸੋ ਲੱਭਣ ਦੀ ਲੋੜ ਨਹੀਂ, ਲਿਆਉਣ ਦੀ ਲੋੜ ਨਹੀਂ ਹੈ। ਜਦੋਂ ਤੁਹਾਡੇ ਕੋਲ ਖਰਚਾ ਮੁੱਕ ਜਾਇਆ ਕਰੇਗਾ, ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ, ਤੁਸੀਂ ਇੱਥੇ ਸੇਵਾ ਕਰੋਗੇ। ਇਹ ਸਾਡੇ ਪਿਤਾ ਦਾ ਸਥਾਨ ਐਸਾ ਬਰਕਤ ਵਾਲਾ ਹੈ ਕਿ ਤੁਹਾਨੂੰ ਆਪਣੇ ਆਪ ਹੀ ਇੱਥੋਂ ਲੋੜ ਮੁਤਾਬਕ ਮਾਇਆ ਸੋਨੇ ਦੀਆਂ ਮੋਹਰਾਂ ਮਿਲ ਜਾਇਆ ਕਰਨਗੀਆਂ। ਸਤਿ ਸ਼੍ਰੀ ਅਕਾਲ। ਜੇ ਇਹ ਅੰਨ ਦੀ ਗੱਡੀ ਮੁੱਕ ਵੀ ਗਈ ਤੇ ਤਾਂ ਵੀ ਕੋਈ ਗੱਲ ਨਹੀਂ ਹੈ, ਤੁਹਾਨੂੰ ਜ਼ਰੂਰਤ ਅਨੁਸਾਰ ਮਾਇਆ ਮਿਲੇਗੀ। ਪਰ ਇਹ ਬਚਨ ਕਿਸੇ ਨੂੰ ਦੱਸਣਾ ਨਹੀਂ, ਕਿਸੇ ਨਾਲ ਸਾਂਝਾ ਨਹੀਂ ਕਰਨਾ। ਇਸ ਬਚਨ ਨੂੰ ਗੁਪਤ ਰੱਖਣਾ ਹੈ
ਔਰ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ, ਤੁਸੀਂ ਨਿਸ਼ਕਾਮ ਹੋ ਕੇ ਸੇਵਾ ਕਰਨੀ ਹੈ। ਇਹ ਬਚਨ ਮਹਾਰਾਜ ਨੇ ਆਖੇ ਹਨ। ਨਿਸ ਦਿਨ ਹਮ ਤੁਮ ਹੋਏ ਤੇ ਸਹਾਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਸੀਂ ਦਿਨੇ ਰਾਤ ਤੁਹਾਡੀ ਸਹਾਇਤਾ ਵਿੱਚ ਹਰ ਵੇਲੇ ਰਵਾਂਗੇ। ਜਦੋਂ ਤੁਸੀਂ ਕਿਤੇ ਅਰਦਾਸ ਕਰਿਆ ਕਰੋਗੇ ਨਾ ਵੀ ਮਹਾਰਾਜ ਇਸ ਵਸਤੂ ਦੀ ਕਮੀ ਹੈ, ਤੁਹਾਡੀ ਅਰਦਾਸ ਉਸੇ ਵੇਲੇ ਪ੍ਰਵਾਨ ਹੋਇਆ ਕਰੇਗੀ, ਕਮੀ ਨਹੀਂ ਰਵੇਗੀ ਕਿਸੇ ਵੀ ਗੱਲ ਦੀ। ਇਹ ਬਚਨ ਮਹਾਰਾਜ ਨੇ ਆਖੇ ਹਨ। ਨਹਿ ਕਿਮ ਗਮੀ ਕਰੋ ਮਨ ਤੇ ਮਾਹੀ। ਤੁਸੀਂ ਆਪਣੇ ਮਨ ਵਿੱਚ ਕਦੇ ਗਮ ਨਹੀਂ ਕਰਨਾ, ਦੁੱਖ ਨਹੀਂ ਕਰਨਾ, ਝੂਰਾ ਨਹੀਂ ਕਰਨਾ ਵੀ ਕੱਲ ਨੂੰ ਪਤਾ ਨਹੀਂ ਪ੍ਰਸ਼ਾਦਾ ਮਿਲੇਗਾ ਕਿ ਨਹੀਂ, ਕੱਲ ਨੂੰ ਲੋੜ ਮੁਤਾਬਕ ਮਾਇਆ ਮਿਲੇਗੀ ਕਿ ਨਹੀਂ, ਕੱਲ ਨੂੰ ਕਿਵੇਂ ਗੁਜ਼ਾਰਾ ਹੋਵੇਗਾ। ਕਿਸੇ ਵੀ ਗੱਲ ਦਾ ਗਮ ਨਹੀਂ ਰੱਖਣਾ ਮਨ ਵਿੱਚ, ਖੁਸ਼ ਹੀ ਰਹਿਣਾ ਹੈ। ਖੁਸ਼ ਹੋ ਕੇ ਸੇਵਾ ਕਰਿਓ, ਤੁਹਾਡੀਆਂ ਜ਼ਰੂਰਤਾਂ ਆਪਣੇ ਆਪ ਇੱਥੋਂ ਪੂਰੀਆਂ ਹੋ ਜਾਣਗੀਆਂ। ਇਹ ਵਰ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੇ ਹਨ। ਇਸ ਥਲ ਕਮੀ ਹੋਏ ਕਿਮ ਨਾਹੀ। ਸਤਿਗੁਰੂ ਪਾਤਸ਼ਾਹ ਕਹਿੰਦੇ ਕਮੀ ਨਹੀਂ ਰਵੇਗੀ। ਸਾਡੇ ਪਿਤਾ ਦੇ ਇਸ ਸਥਾਨ ਤੇ ਕਿਸੇ ਤਰ੍ਹਾਂ ਦਾ ਕੋਈ ਘਾਟਾ ਹੈ ਹੀ ਨਹੀਂ ਹੈ। ਉਹਨਾਂ ਦੇ ਨਾਮ ਹੀ ਲਿਆ ਇਰਦੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ। ਤੁਸੀਂ ਤੇ ਉਹਨਾਂ ਦੇ ਸਥਾਨ ਦੀ ਸੇਵਾ ਕਰੋਗੇ, ਕਮੀ ਨਹੀਂ ਰਹਿਣੀ ਹੈ। ਮਹਾਰਾਜ ਜੇ ਸਾਨੂੰ ਪਹਾੜੀ ਤੰਗ ਕਰਨਗੇ ਜਾਂ ਹੋਰ ਲੋਕ ਤੰਗ ਕਰਨਗੇ ਫਿਰ ਕੀ ਕਰਾਂਗੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਐਸੀ ਬਖਸ਼ਿਸ਼ ਹੋਵੇਗੀ, ਇਹ ਪਹਾੜੀਏ ਤੁਹਾਨੂੰ ਕੁਝ ਕਹਿਣਗੇ ਨਹੀਂ, ਤੁਹਾਨੂੰ ਤੰਗ ਕੋਈ ਨਹੀਂ ਕਰੇਗਾ। ਸੁਤੰਤਰ ਹੋ ਕੇ ਆਜ਼ਾਦ ਹੋ ਕੇ ਸੇਵਾ ਕਰਿਓ। ਫਿਰ ਵੀ ਮਹਾਰਾਜ ਜੇ ਸਾਨੂੰ ਤੁਹਾਡੇ ਤੋਂ ਮਗਰੋਂ ਬਾਅਦ ਵਿੱਚ ਕੋਈ ਕੱਢੇ, ਤੇ ਪਾਤਸ਼ਾਹ ਕਹਿਣ ਲੱਗੇ ਜੇ ਤੁਹਾਨੂੰ ਕੋਈ ਬਾਅਦ ਵਿੱਚ ਕੱਢੇਗਾ ਵੀ ਨਾ, ਤੇ ਜਿਹੜਾ ਵੀ ਬਚਨ ਤੁਸੀਂ ਕਹਿ ਕੇ ਜਾਓਗੇ ਬਚਨ ਪੂਰਾ ਹੋ ਜਾਵੇਗਾ। ਇਹ ਬਚਨ ਮਹਾਰਾਜ ਸਾਹਿਬ ਜੀਆਂ ਨੇ ਵਰ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤੇ। ਗੁਰਮੁਖੋ ਸਮਾਂ ਬਤੀਤ ਹੋਇਆ, ਇਹ ਦੋਨੇ ਸਾਧੂ ਇੱਥੇ ਰਹਿ ਕੇ ਸੇਵਾ ਕਰਦੇ ਰਹੇ। ਲੋੜ ਮੁਤਾਬਕ ਮਾਇਆ ਮਿਲਿਆ ਕਰੇ ਔਰ ਗੁਜ਼ਾਰਾ ਕਰਿਆ ਕਰਨ। ਇੱਥੇ ਸਤਿਗੁਰਾਂ ਦਾ ਭਰਾ ਗੁਲਾਬ ਰਾਏ ਜਿਹੜਾ ਉਹ ਗੱਦੀ ਲਾ ਕੇ ਬੈਠ ਗਿਆ। ਜਦੋਂ ਵੇਖਿਆ ਨਾ ਵੀ ਮਹਾਰਾਜ ਹਜ਼ੂਰ ਸਾਹਿਬ ਚਲੇ ਗਏ, ਦੂਰ ਚਲੇ ਗਏ, ਹੁਣ ਮੈਨੂੰ ਕਿਹੜਾ ਕਿਸੇ ਨੇ ਰੋਕਣਾ ਹੈ, ਉਹ ਆਪਣੀ ਗੱਦੀ ਲਾ ਕੇ ਸਿਰ ਤੇ ਚੰਦੋਆ ਲਾ ਕੇ ਗੁਰੂ ਬਣ ਕੇ ਬੈਠ ਗਿਆ। ਮੈਂ 11ਵਾਂ ਗੁਰੂ ਹਾਂ, ਕਿਉਂਕਿ ਮੈਂ ਵੀ ਉਸੇ ਦਾਦੇ ਦਾ ਹੀ ਪੋਤਰਾ ਹਾਂ ਜਿਸ ਦਾਦੇ ਦੇ ਪੋਤਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ। ਗੱਦੀ ਲਾ ਕੇ ਬੈਠ ਗਿਆ। ਬੈਠਿਆ ਵੀ ਉੱਥੇ ਕਰਿਆ ਕਰੇ ਜਿੱਥੇ ਗੁਰੂ ਪਾਤਸ਼ਾਹ ਦਾ ਸਥਾਨ ਹੈ। ਗੁਰਬਖਸ਼ ਸਾਧੂ ਨੇ ਜਾ ਕੇ ਰੋਕਿਆ, ਪਹਿਲੀ ਤੇ ਗੱਲ ਤੈਨੂੰ ਗੱਦੀ ਤੇ ਬੈਠਣਾ ਨਹੀਂ ਚਾਹੀਦਾ, ਤੂੰ ਗੁਰਤਾ ਗੱਦੀ ਤੇ ਨਹੀਂ ਹੈ। ਦੂਜੀ ਗੱਲ ਇਹ ਹੈ ਵੀ ਤੈਨੂੰ ਵੱਡਿਆਂ ਸਤਿਗੁਰਾਂ ਦੇ ਸਥਾਨ ਤੇ ਨਹੀਂ ਬੈਠਣਾ ਚਾਹੀਦਾ। ਜੇ ਤੂੰ ਗੱਦੀ ਲਾਉਣੀ ਹੈ ਪਾਸੇ ਜਾ ਕੇ ਕਿਤੇ ਪਰੇ ਜਾ ਕੇ ਲਾ ਲਾ। ਪਰ ਗੁਰਮੁਖੋ ਜਦੋਂ ਬੰਦੇ ਦੇ ਮਨ ਵਿੱਚ ਮਾਣ ਹੰਕਾਰ ਹੋਵੇ ਉਹ ਕਿੱਥੇ ਗੱਲ ਮੰਨਦਾ ਹੈ। ਜਿਹੜੇ ਨੇੜੇ ਰਹਿਣ ਵਾਲੇ ਚੇਲੇ ਸਨ ਗੁਲਾਬ ਰਾਏ ਦੇ, ਉਹਨਾਂ ਨੇ ਹੋਰ ਚੁੱਕਣਾ ਦੇ ਦਿੱਤੀ ਵੀ ਇਹਨਾਂ ਨੂੰ ਤਾਂ ਬੜੀ ਮਾਇਆ ਮਿਲਦੀ ਹੈ ਇਸ ਸਥਾਨ ਤੋਂ, ਤੇ ਇਹ ਤੇ ਬੜੇ ਰੱਜ ਪੁੱਜ ਗਏ ਨੇ, ਬਹੁਤੀ ਮਾਇਆ ਇਹਨਾਂ ਦੇ ਕੋਲ ਹੈ। ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਦੀ ਚੁੱਕਣਾ ਦੇ ਵਿੱਚ ਗੁਲਾਬ ਰਾਏ ਆ ਗਿਆ। ਉਸ ਵੇਲੇ ਗੁਲਾਬ ਰਾਏ ਨੇ ਆਪਣੇ ਚੇਲਿਆਂ ਨੂੰ ਆਖਿਆ, ਚਮਚਿਆਂ ਨੂੰ, ਵੀ ਜੇ ਇਹ ਆਪਣੇ ਆਪ ਜਾਂਦਾ ਤੇ ਕਹਿ ਦਿਓ, ਨਹੀਂ ਤੇ ਧੱਕੇ ਮਾਰ ਕੇ ਕੱਢ ਦਿਓ। ਉਸ ਵੇਲੇ ਗੁਲਾਬ ਰਾਏ ਦੇ ਚੇਲੇ ਆਏ, ਉਹਨਾਂ ਨੇ ਆਖਿਆ ਤੂੰ ਚਲੇ ਜਾ ਇੱਥੋਂ। ਕਹਿਣ ਲੱਗਾ ਵੀ ਇਹ ਤੇ ਗੁਰੂ ਨੇ ਸੇਵਾ ਮੈਨੂੰ ਦਿੱਤੀ ਹੈ। ਪਾਤਸ਼ਾਹ ਨੇ ਕਿਹਾ ਸੀ ਵੀ ਇੱਥੇ ਦੋਨੇ ਟਾਈਮ ਜਿੰਨਾ ਚਿਰ ਮੇਰੀ ਜ਼ਿੰਦਗੀ ਹੈ ਮੈਂ ਇੱਥੇ ਦੀਵਾ ਬੱਤੀ ਕਰਾਂਗਾ, ਸੇਵਾ ਕਰਾਂਗਾ। ਜਦੋਂ ਵੇਖਿਆ ਵੀ ਇਹ ਜਾਂਦਾ ਨਹੀਂ, ਉਸ ਵੇਲੇ ਗੁਲਾਬ ਰਾਏ ਨੇ ਧੱਕੇ ਮਰਵਾਏ ਆਪਣੇ ਬੰਦਿਆਂ ਦੇ ਕੋਲੋਂ। ਜਦੋਂ ਜ਼ਬਰਦਸਤੀ ਕੀਤੀ ਹੈ ਤੇ ਉਹ ਸਾਧੂ ਨੇ ਫਿਰ ਸੁਭਾਵਕ ਹੀ ਆਖਿਆ, ਕਹਿਣ ਲੱਗਾ ਗੁਲਾਬ ਰਾਏ ਮੈਨੂੰ ਧੱਕਾ ਨਹੀਂ ਮਾਰਿਆ, ਤੂੰ ਆਪਣੀ ਕਿਸਮਤ ਨੂੰ ਧੱਕਾ ਮਾਰਿਆ ਹੈ। ਜਿਵੇਂ ਮੈਨੂੰ ਧੱਕੇ ਮਾਰ ਕੇ ਕੱਢਿਆ, ਤੇਰੀਆਂ ਜੜ੍ਹਾਂ ਇਸ ਸੰਸਾਰ ਵਿੱਚੋਂ ਪੱਟੀਆਂ ਗਈਆਂ, ਇਹ ਨਹੀਂ ਰਹਿਣੀਆਂ ਹਨ। ਇਹ ਬਚਨ ਉਹਦੇ ਜਿਹੜੇ ਮੁਖੋਂ ਕਹੇ, ਮਹਾਰਾਜ ਨੇ ਆਖਿਆ ਸੀ ਜਾਣ ਵੇਲੇ ਜਿਹੜਾ ਬਚਨ ਕਹੇਗਾ ਪੂਰਾ ਹੋ ਜਾਏਗਾ। ਸੋ ਉਸ ਵੇਲੇ ਜਾਂਦਿਆਂ ਇਹਦਾ ਹੋਰ ਤੇ ਕੋਈ ਚਾਰਾ ਨਹੀਂ ਚੱਲਿਆ, ਪਰ ਇਹ ਬਚਨ ਕਹਿ ਗਿਆ ਵੀ ਤੇਰੀਆਂ ਜੜ੍ਹਾਂ ਪੁੱਟੀਆਂ ਗਈਆਂ ਸੰਸਾਰ ਵਿੱਚੋਂ, ਤੂੰ ਰਹਿਣਾ ਨਹੀਂ ਹੈ। ਇਸ ਤਰ੍ਹਾਂ ਕਹਿ ਕੇ ਇਹ ਸਾਧੂ ਤੇ ਇੱਥੋਂ ਚਲਾ ਗਿਆ। ਗੁਲਾਬ ਰਾਏ ਦੇ ਪੁੱਤਰ ਆਪਸ ਵਿੱਚ ਹੀ ਲੜ ਕੇ ਅਤੇ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮਰ ਗਏ। ਗੁਲਾਬ ਰਾਏ ਆਪ ਵੀ ਬਿਮਾਰੀ ਦਾ ਸ਼ਿਕਾਰ ਹੋ ਕੇ ਮਰ ਗਿਆ। ਸਾਰਾ ਖਾਨਦਾਨ ਹੀ ਸਿਮਟ ਗਿਆ, ਰਹਿ ਹੀ ਕੋਈ ਨਹੀਂ ਗਿਆ, ਮਗਰ ਕੋਈ ਨਾਮੋ ਨਿਸ਼ਾਨ ਹੀ ਖਤਮ ਹੋ ਗਿਆ। ਸੋ ਇਸ ਤਰ੍ਹਾਂ ਦਾ ਇਹ ਵਾਕਿਆ ਮਹਾਰਾਜ ਨੇ ਵਰਤਾਇਆ, ਕਿਉਂਕਿ ਮਹਾਰਾਜ ਵੀ ਇਹ ਚਾਹੁੰਦੇ ਸਨ ਵੀ ਗੁਰਤਾ ਗੱਦੀ ਸਾਡੇ ਤੋਂ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੋਲ ਹੋਣੀ ਹੈ। ਪਰ ਕਈ ਲੋਕ ਐਸੇ ਹੋਣਗੇ ਜਿਹੜੇ ਯਤਨ ਕਰਨਗੇ ਗੁਰੂ ਬਣਨ ਦਾ, ਉਹਨਾਂ ਨੂੰ ਮਹਾਰਾਜ ਨੇ ਸੰਭਾਲਣ ਵਾਸਤੇ ਇਹ ਸਾਰੀ ਖੇਡ ਰਚੀ ਪਾਤਸ਼ਾਹ ਜੀ ਨੇ। ਫਿਰ ਇਹ ਸਾਧੂ ਦੇ ਬਚਨਾਂ ਦੇ ਨਾਲ ਇਹ ਗੁਲਾਬ ਰਾਏ ਦਾ ਅੰਤ ਹੋਇਆ। ਤੇ ਫਿਰ ਸਾਰਿਆਂ ਦੇ ਮਨ ਵਿੱਚ ਡਰ ਪੈਦਾ ਹੋ ਗਿਆ ਵੀ ਜੇ ਅਸੀਂ ਬੈਠਾਂਗੇ ਤੇ ਸਾਡੇ ਨਾਲ ਵੀ ਐਸੀ ਹਾਲਤ ਹੋਵੇਗੀ। ਇੱਥੇ ਹੀ ਬਸ ਨਹੀਂ, ਇੱਕ ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀਆਂ ਨੇ ਇੱਕ ਪੁੱਤਰ ਪਾਲਿਆ ਸੀ, ਪਾਲਕ ਪੁੱਤਰ, ਉਹਦਾ ਨਾਮ ਰੱਖਿਆ ਅਜੀਤ ਸਿੰਘ, ਕਿਉਂਕਿ ਮਾਤਾ ਸਾਹਿਬ ਜੀ ਦਾ ਵੱਡਾ ਪੁੱਤਰ ਚੜ੍ਹਾਈ ਕਰ ਗਿਆ।
ਇੱਕ ਇਸ ਤਰ੍ਹਾਂ ਹੀ ਪੁੱਤਰ ਮਿਲ ਗਿਆ ਤੇ ਉਹਨੂੰ ਆਪਣਾ ਬਣਾ ਲਿਆ ਤੇ ਪਾਲ ਲਿਆ, ਤੇ ਪਾਲਕ ਪੁੱਤਰ ਉਸ ਨੂੰ ਕਿਹਾ ਜਾਂਦਾ ਹੈ। ਜਦੋਂ ਥੋੜਾ ਜਿਹਾ ਜਵਾਨ ਹੋਇਆ ਨਾ, ਪਾਤਸ਼ਾਹ ਨੇ ਆਖਿਆ ਸੀ ਵੀ ਇਹਨੂੰ ਨਾ ਪਾਲੋ, ਰਹਿਣ ਦਿਓ। ਮਾਤਾ ਜੀ ਕਹਿਣ ਲੱਗੇ ਨਹੀਂ, ਮੇਰਾ ਪ੍ਰੇਮ ਹੈ ਇਹਦੇ ਨਾਲ, ਮੈਨੂੰ ਇਹਦੇ ਵਿੱਚ ਆਪਣੇ ਬੱਚੇ ਦਿਖਾਈ ਦਿੰਦੇ, ਮੈਂ ਇਹਨੂੰ ਪਾਲਣਾ ਹੈ। ਜਦੋਂ ਵੱਡਾ ਹੋਇਆ ਨਾ, ਗੁਰਮੁਖੋ ਆਖਦਾ ਮੈਂ ਹੀ ਗੁਰੂ ਹਾਂ, 2 ਤਲਵਾਰਾਂ ਪਾਉਣ ਲੱਗ ਪਿਆ ਸੱਜੇ ਖੱਬੇ, ਇਹ ਮੀਰੀ ਪੀਰੀ ਦੀਆਂ ਨੇ। ਕਦੇ ਆਪਣੇ ਸਿਰ ਤੇ ਚੌਰ ਕਰਾਉਣ ਲੱਗ ਪਿਆ ਕਰੇ, ਕਦੇ ਕੁਝ ਕਰਾਉਣ ਲੱਗ ਪਿਆ ਕਰੇ। ਉਹਨੇ ਵੀ ਗੁਰੂ ਬਣਨ ਦਾ ਯਤਨ ਕੀਤਾ। ਅਤੇ ਫਿਰ ਮਾਤਾ ਸਾਹਿਬ ਜੀ ਨੇ ਆਖਿਆ ਵੱਡੇ ਸਤਿਗੁਰਾਂ ਦੇ ਬਚਨ ਠੀਕ ਸਨ, ਤੈਨੂੰ ਪਾਲਣਾ ਨਹੀਂ ਸੀ ਚਾਹੀਦਾ, ਪਰ ਤੂੰ ਵੱਡਿਆਂ ਦੀ ਰੀਸ ਕਰਦਾ ਹੈ। ਉਸ ਵੇਲੇ ਮੁਗਲਾਂ ਦੇ ਨਾਲ ਕਿਤੇ ਜੰਗ ਨਿੱਕਾ ਮੋਟਾ ਹੋਇਆ ਤੇ ਉਹਦੇ ਵਿੱਚ ਹੀ ਉਹ ਮਾਰਿਆ ਗਿਆ, ਖਤਮ ਹੋ ਗਿਆ। ਕਈਆਂ ਲੋਕਾਂ ਨੇ ਯਤਨ ਕੀਤਾ ਜ਼ਰੂਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਵਿੱਚ ਗੱਦੀ ਲਾ ਕੇ ਬੈਠਣ ਦਾ, ਗੁਰੂ ਬਣਨ ਦਾ, ਪਰ ਉਹ ਕੋਈ ਵੀ ਫਿਰ ਜਿਉਂਦਾ ਨਹੀਂ ਰਿਹਾ। ਜਿਨ੍ਹਾਂ ਨੇ ਯਤਨ ਕੀਤਾ ਉਹ ਮੁੱਕ ਗਏ, ਖਤਮ ਹੋ ਗਏ। ਬੰਦਾ ਬਹਾਦਰ ਵੀ ਇੱਕ ਵੇਲੇ ਗੱਦੀ ਲਾ ਕੇ ਬੈਠਣ ਲੱਗ ਪਿਆ ਸੀ ਵੀ ਮੈਂ ਵੀ ਗੁਰੂ ਪਾਤਸ਼ਾਹ ਦਾ ਥਾਪਿਆ ਹੋਇਆ, ਨਵਾਜਿਆ ਹੋਇਆ ਹਾਂ, ਪਰ ਜਿਹੜਾ ਵੀ ਇਸ ਯਤਨ ਨੂੰ ਅੱਗੇ ਵਧਾਇਆ ਜਿਹਨੇ, ਉਹ ਦੁਨੀਆ ਤੇ ਰਿਹਾ ਕੋਈ ਨਹੀਂ ਹੈ। ਕਿਸੇ ਨਾ ਕਿਸੇ ਕਾਰਨ ਕਰਕੇ ਉਹਦਾ ਸਫਾਇਆ ਹੀ ਹੋ ਗਿਆ ਦੁਨੀਆ ਤੋਂ। ਰੋ ਵਿਚਾਰ ਮਹਾਰਾਜ ਸਾਧੂ ਨੂੰ ਕਹਿੰਦੇ ਪਏ, ਕਹਿੰਦੇ ਕਮੀ ਨਹੀਂ ਰਵੇਗੀ ਮਾਇਆ ਦੀ ਇੱਥੇ, ਜਿੰਨੀ ਚਾਹਵੇਂਗਾ ਉਨੀ ਮਿਲੇਗੀ, ਤੇਰੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ, ਪਰ ਸੇਵਾ ਖੁਸ਼ ਹੋ ਕੇ ਕਰਿਆ ਕਰੀ, ਕਦੇ ਮਨ ਵਿੱਚ ਗਮ ਨਾ ਕਰੀ। ਜਿਹੜਾ ਬਚਨ ਕਵੇਂਗਾ ਤੇਰੇ ਮੂੰਹ ਚੋਂ ਨਿਕਲਿਆ ਬਚਨ ਪੂਰਾ ਹੋਇਆ ਕਰੇਗਾ। ਇਸ ਤਰ੍ਹਾਂ ਇਹ ਸਾਧੂ ਨੇ ਆਖਿਆ ਠੀਕ ਹੈ ਮਹਾਰਾਜ, ਜੇ ਆਪ ਜੀ ਇੰਨੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜਦੇ ਪਏ, ਫਿਰ ਮੈਨੂੰ ਕਿਸੇ ਦਾ ਡਰ ਨਹੀਂ ਹੈ, ਕਿਸੇ ਦੀ ਕੋਈ ਪਰਵਾਹ ਨਹੀਂ, ਮੈਂ ਰਹਿ ਕੇ ਇੱਥੇ ਸੇਵਾ ਕਰਾਂਗਾ। ਇਹ ਸਾਧੂ ਨੇ ਫਿਰ ਗੁਰਮੁਖੋਂ ਰਹਿ ਕੇ ਇੱਥੇ ਸੇਵਾ ਕੀਤੀ। ਗੁਰਦੁਆਰਾ ਸੀਸਗੰਜ ਸਾਹਿਬ ਬਣਿਆ ਹੋਇਆ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸੇਵਾ ਕਰਦਾ ਰਿਹਾ। ਬਾਅਦ ਵਿੱਚ ਗੁਲਾਬ ਰਾਏ ਨੇ ਇਹਨੂੰ ਇੱਥੋਂ ਕੱਢਿਆ, ਧੱਕੇ ਮਰਵਾ ਕੇ, ਤੇ ਫਿਰ ਬਚਨ ਸਾਧੂ ਦੇ ਨਾਲ ਗੁਲਾਬ ਰਾਏ ਦਾ ਸਾਰਾ ਹੀ ਖਾਨਦਾਨ ਜਿਹੜਾ ਉਹ ਖਤਮ ਹੋਇਆ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਅਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਇਹ ਬਚਨ ਕਰਦੇ ਪਏ ਕਿ ਸਾਡੇ ਪਿਤਾ ਤੇ ਭਾਈ ਸਥਾਨ ਦੀ ਕੋਈ ਸੇਵਾ ਕਰਨ ਵਾਲਾ ਸਿੰਘ, ਕੋਈ ਸਾਧੂ ਇੱਥੇ ਰਵੇ। ਤੇ ਫਿਰ ਇਹ ਗੁਰਬਖਸ਼ ਨਾਮ ਦੇ ਸਾਧੂ ਨੇ ਇਹ ਮਹਾਰਾਜ ਦੀ ਸੇਵਾ ਨੂੰ ਲਿਆ ਹੈ। ਇਤਿਆਦਕ ਕਹਿ ਧੀਰਜ ਦੀਨੀ, ਐਸੇ ਬਚਨ ਕਹਿ ਕੇ ਮਹਾਰਾਜ ਜੀਆਂ ਨੇ ਫਿਰ ਧੀਰਜ ਦਿੱਤਾ, ਹੌਸਲਾ ਦਿੱਤਾ। ਪਾਤਸ਼ਾਹ ਕਹਿੰਦੇ ਤੈਨੂੰ ਕੋਈ ਕੁਝ ਕਹਿ ਨਹੀਂ ਸਕੇਗਾ, ਕਿਸੇ ਪਹਾੜੀਆਂ ਤੋਂ, ਕਿਸੇ ਮੁਗਲਾਂ ਤੋਂ ਡਰਨ ਦੀ ਲੋੜ ਨਹੀਂ, ਤੇਰੇ ਉੱਪਰ ਵੱਡਿਆਂ ਸਤਿਗੁਰਾਂ ਦੇ ਮਿਹਰ ਭਰਿਆ ਹੱਥ ਰਵੇਗਾ, ਤੇਰਾ ਕੋਈ ਵਾਲ ਨਹੀਂ ਵਿੰਗਾ ਕਰੇਗਾ। ਇਹ ਬਚਨ ਕਹਿ ਕੇ ਮਹਾਰਾਜ ਨੇ ਹੌਸਲਾ ਦਿੱਤਾ ਹੈ। ਆਵ ਤਿੰਨ ਸੁਨ ਪਦ ਵੰਦਨ ਕੀਨੀ, ਜਦੋਂ ਇਹ ਬਚਨ ਸੁਣੇ ਗੁਰਬਖਸ਼ ਸਾਧੂ ਨੇ, ਔਰ ਮਹਾਦੇਵ ਉਸ ਦਾ ਗੁਰੂ ਹੈ, ਜਦੋਂ ਇਹਨਾਂ ਨੇ ਬਚਨ ਸੁਣੇ ਨਾ ਵੀ ਮਹਾਰਾਜ ਨੇ ਬਖਸ਼ਿਸ਼ਾਂ ਕਰ ਦਿੱਤੀਆਂ, ਰਹਿਮਤਾਂ ਕਰ ਦਿੱਤੀਆਂ, ਇਹਨਾਂ ਦੋਨਾਂ ਜਾਣਿਆਂ ਨੇ ਮਹਾਰਾਜ ਸਾਹਿਬ ਜੀਆਂ ਦੇ ਚਰਨਾਂ ਦੇ ਉੱਪਰ ਮੱਥਾ ਟੇਕਿਆ ਹੈ। ਰਹਿਓ ਧੀਰ ਧਾਰ ਗੁਰਬਚ ਮਨ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਬਚਨ ਮੰਨ ਕੇ ਇਹ ਫਿਰ ਸਾਧੂ ਧੀਰਜ ਦੇ ਨਾਲ ਬੈਠ ਗਿਆ ਇੱਥੇ। ਠੀਕ ਹੈ ਮਹਾਰਾਜ, ਮੈਂ ਸੇਵਾ ਕਰਾਂਗਾ ਇਸ ਸਥਾਨ ਦੀ, ਸੋ ਜਿੰਨਾ ਚਿਰ ਆਪ ਜੀ ਮੈਨੂੰ ਬਲ ਬਖਸ਼ਿਸ਼ ਕਰੋਗੇ ਮੈਂ ਸੇਵਾ ਕਰਾਂਗਾ। ਇਸ ਤਰ੍ਹਾਂ ਫਿਰ ਇਹ ਮਹਾਰਾਜ ਸਾਹਿਬ ਜੀ ਕਿਲਾ ਛੱਡਣ ਤੋਂ ਪਹਿਲਾਂ ਇਸ ਗੁਰਬਖਸ਼ ਸਾਧੂ ਨੂੰ ਇਹ ਸੇਵਾ ਦਿੱਤੀ ਹੈ। ਪ੍ਰਭੂ ਪਰਕਰਮਾ ਕਰਤ ਪਿਆਨੇ, ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਫਿਰ ਆਪਣੇ ਪਿਤਾ ਦੇ ਸਥਾਨ ਤੇ ਮੱਥਾ ਟੇਕਿਆ। ਫਿਰ ਉਸ ਸਥਾਨ ਦੀਆਂ ਪਰਕਰਮਾ ਕੀਤੀਆਂ ਮਹਾਰਾਜ ਸਾਹਿਬ ਜੀਆਂ ਨੇ, ਆਪ ਪਰਕਰਮਾ ਕਰਦੇ ਪਏ। ਸੋ ਗੁਰਮੁਖੋ ਇਹ ਪਰਕਰਮਾ ਕਰਨ ਦੀ ਜਿਹੜੀ ਵਿਧੀ ਮਰਿਆਦਾ ਹੈ ਇਹ ਗੁਰੂ ਕਾਲ ਤੋਂ ਹੀ ਚੱਲੀ ਆਉਂਦੀ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਆਪ ਪਰਕਰਮਾ ਕੀਤੀਆਂ, ਗੁਰੂ ਅੰਗਦ ਸਾਹਿਬ ਪਾਤਸ਼ਾਹ ਦੀਆਂ। ਇਸ ਤਰ੍ਹਾਂ ਗੁਰੂ ਪਾਤਸ਼ਾਹ ਜਦੋਂ ਗੁਰਤਾ ਗੱਦੀ ਬਖਸ਼ਿਸ਼ ਕਰਿਆ ਕਰਦੇ, ਫਿਰ ਮੱਥਾ ਟੇਕ ਕੇ ਪਰਕਰਮਾ ਕਰਿਆ ਕਰਦੇ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਲਾਵਾਂ ਨਾਮ ਦੀ ਬਾਣੀ ਉਚਾਰ ਕੇ 4 ਪਰਕਰਮਾ ਸਿੱਖਾਂ ਵਾਸਤੇ ਜ਼ਰੂਰੀ ਕਰ ਦਿੱਤੀਆਂ ਵੀ ਇਹ 4 ਪਰਕਰਮਾ ਕਰਕੇ ਸੋ ਇਹ ਆਨੰਦ ਕਾਰਜ ਦੀ ਮਰਿਆਦਾ ਨੂੰ ਸੰਪੂਰਨ ਕਰਨਾ ਹੈ। ਸੋ ਪਾਤਸ਼ਾਹ ਜੀ ਉਸ ਵੇਲੇ ਆਪਣੇ ਪਿਤਾ ਦੇ ਸਥਾਨ ਦੀਆਂ ਪਰਕਰਮਾ ਕਰਦੇ ਪਏ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਭਾਈ ਗੁਰਦਾਸ ਜੀਆਂ ਨੇ ਬਚਨ ਲਿਖੇ, ਚਰਨ ਅਮੋਲ ਪ੍ਰਦਰਸ਼ਨਾ ਦੇ ਕੇ। ਇਹ ਅਮੋਲਕ ਚਰਨ ਪਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੇ। ਗੁਰੂ ਕਿਆ ਸਿੱਖਾ ਇਹਦੇ ਨਾਲ ਗੁਰੂ ਦੀਆਂ ਪਰਕਰਮਾ ਕਰਿਆ ਕਰ, ਤੇਰੇ ਚਰਨ ਸਫਲੇ ਹੋ ਜਾਣਗੇ। ਆਪਾਂ ਗੁਰੂ ਘਰ ਜਦੋਂ ਆਉਂਦੇ ਆ, ਕਈ ਐਸੇ ਪਿਆਰੇ ਨੇ ਉਹ ਮੱਥਾ ਵੀ ਨਹੀਂ ਟੇਕਦੇ, ਸਾਹਮਣੇ ਮਹਾਰਾਜ ਦੇ ਖੜ ਕੇ ਫਿਰ ਪਿੱਛੇ ਚਲੇ ਜਾਂਦੇ, ਬਾਹਰ ਚਲੇ ਜਾਂਦੇ, ਦਿਨ ਜਾ ਕੇ ਬੈਠ ਜਾਂਦੇ। ਨਹੀਂ, ਮੱਥਾ ਟੇਕਣਾ ਜ਼ਰੂਰੀ ਹੈ, ਪਰ ਜੇ ਸਰੀਰ ਦੇ ਵਿੱਚ ਕੋਈ ਵੱਡੀ ਕੋਈ ਰੁਕਾਵਟ ਹੈ ਤੇ ਨਹੀਂ ਟੇਕਿਆ ਜਾਂਦਾ, ਉਹ ਵੱਖਰੀ ਗੱਲ ਹੈ।
ਪਰ ਬਿਨਾਂ ਗੱਲ ਤੋਂ ਐਵੇਂ ਹੌਸਲਾ ਨਹੀਂ ਛੱਡ ਕੇ ਬੈਠ ਜਾਈਦਾ ਵੀ ਨਿੱਕੀ ਮੋਟੀ ਗੱਲ ਤੋਂ ਹੀ ਮੱਥਾ ਟੇਕਣਾ ਹੀ ਬੰਦ ਕਰ ਦਿੱਤਾ ਹੈ। ਅਤੇ ਇਸੇ ਤਰ੍ਹਾਂ ਫਿਰ ਗੁਰੂ ਦੀਆਂ ਪਰਿਕਰਮਾ ਕਰਨੀਆਂ ਭਾਵਨਾ ਦੇ ਨਾਲ, ਤੇ ਫਿਰ ਜਾ ਕੇ ਜਿੱਥੇ ਸਥਾਨ ਹੈ ਬੈਠਣਾ, ਇਹ ਗੁਰੂ ਦਾ ਹੁਕਮ ਹੈ। ਚਰਨ ਅਮੋਲ ਪ੍ਰਦਰਸ਼ਨਾ ਦੇ ਕੇ, ਚਰਨ ਅਮੋਲਕ ਨੇ ਗੁਰੂ ਦੀਆਂ ਪਰਿਕਰਮਾ ਕਰਿਆ ਕਰ, ਤੇਰਾ ਭਲਾ ਹੋ ਜਾਏਗਾ। ਐਸੀਆਂ ਬਖਸ਼ਿਸ਼ਾਂ ਮਹਾਰਾਜ ਕਰਦੇ ਪਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਪਣੇ ਪਿਤਾ ਦੇ ਸਥਾਨ ਤੇ ਮੱਥਾ ਟੇਕ ਕੇ ਪਰਿਕਰਮਾ ਉਸ ਵੇਲੇ ਕੀਤੀਆਂ ਹਨ। ਸਜਿਓ ਤੁਰੰਗਮ ਤਤ ਛਨਿਆਇਓ। ਇੰਨੇ ਚਿਰ ਨੂੰ ਮਹਾਰਾਜ ਦਾ ਸੇਵਾਦਾਰ ਘੋੜਾ ਸ਼ਿੰਗਾਰ ਕੇ ਪਾਤਸ਼ਾਹ ਜੀ ਦਾ, ਜਿਸ ਘੋੜੇ ਤੇ ਅੱਜ ਸਵਾਰੀ ਕਰਨੀ ਹੈ ਨਾ ਮਹਾਰਾਜ ਨੇ ਕਿਲਾ ਛੱਡਣ ਵੇਲੇ, ਉਹ ਘੋੜਾ ਸ਼ਿੰਗਾਰ ਕੇ ਮਹਾਰਾਜ ਸਾਹਿਬ ਜੀ ਦਾ ਉਸ ਵੇਲੇ ਸਿੰਘ ਨਾਲ ਲੈ ਕੇ ਆਇਆ ਹੈ। ਭਏ ਅਰੂੜਨ ਚਲਨੋ ਭਾਇਓ। ਆਪਣੇ ਪਿਤਾ ਦੇ ਸਥਾਨ ਤੇ ਮੱਥਾ ਟੇਕ ਕੇ ਨਮਸਕਾਰ ਕਰਕੇ ਸਤਿਗੁਰੂ ਇੱਥੋਂ ਚੜਨ ਲੱਗੇ ਆਪਣੇ ਘੋੜੇ ਦੇ ਉੱਪਰ ਸਵਾਰ ਹੋ ਕੇ ਚੱਲਣ ਵਾਸਤੇ। ਮਹਾਰਾਜ ਸਾਹਿਬ ਜੀ ਇੱਧਰ ਨੂੰ ਆਉਣਗੇ, ਸੋ ਕੀਰਤਪੁਰ ਸਾਹਿਬ ਵਾਲੀ ਸਾਈਡ ਨੂੰ ਮਹਾਰਾਜ ਨੇ ਆਉਣਾ ਹੈ। ਔਰ ਇੱਥੋਂ ਮਹਾਰਾਜ ਸਾਹਿਬ ਜੀ ਰੋਪੜ ਤੋਂ ਹੁੰਦਿਆਂ ਕਈ ਨਗਰਾਂ ਦੇ ਵਿੱਚੋਂ ਦੀ ਵਿਚਰਦੇ ਹੋਏ ਚਮਕੌਰ ਦੀ ਧਰਤੀ ਨੂੰ ਮਹਾਰਾਜ ਸਾਹਿਬ ਜੀ ਭਾਗ ਲਾਉਣਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਘੋੜਾ ਲੈ ਆਂਦਾ ਸੇਵਾਦਾਰ ਨੇ ਸ਼ਿੰਗਾਰ ਕੇ। ਪਾਤਸ਼ਾਹ ਨੇ ਆਖਿਆ ਚਲੋ ਖਾਲਸਾ ਜੀ, ਜਿੰਨੇ ਸਿੰਘ ਬਾਕੀ ਨੇ ਸਾਰੇ ਆਪੋ ਆਪਣੇ ਘੋੜਿਆਂ ਤੇ ਸਵਾਰ ਹੋ। ਹੁਣ ਸਾਰਿਆਂ ਦੇ ਸਮੇਤ ਮਹਾਰਾਜ ਸਾਹਿਬ ਜੀ 10:30 11 ਵਜੇ ਦੇ ਸਮੇਂ ਦੇ ਮੁਤਾਬਕ ਇਸ ਕਿਲੇ ਨੂੰ ਛੱਡ ਕੇ ਅਨੰਦਪੁਰ ਸਾਹਿਬ ਆਪਣੇ ਘਰ ਨੂੰ ਛੱਡ ਕੇ ਮਹਾਰਾਜ ਤੁਰਨ ਲੱਗੇ। ਸੋ ਇੱਥੋਂ ਤੱਕ ਆਪਾਂ ਇਹ ਪ੍ਰਸੰਗ ਸਰਵਣ ਕੀਤਾ ਹੈ। ਅੱਗੇ ਮਹਾਰਾਜ ਕਿਵੇਂ ਤੁਰਦੇ ਨੇ ਔਰ ਇਹ ਮੁਗਲਾਂ ਦੀਆਂ ਫੌਜਾਂ ਕਿਵੇਂ ਹਮਲਾ ਕਰ ਦੇਣਗੀਆਂ, ਸਿੱਖਾਂ ਨੂੰ ਆਪਣੀ ਗਲਤੀ ਦਾ ਕਿਵੇਂ ਅਹਿਸਾਸ ਹੋਵੇਗਾ, ਮਹਾਰਾਜ ਅੱਗੇ ਕੀ ਕੌਤਕ ਵਰਤਾਉਣਗੇ, ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਲਿਖਾ ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।